खून की कमी की हैवी ब्लीडिंग के कारण भी लेडीज़ ਦੇ ਵਿੱਚ ਆ ਸਕਦੀ ਹੈ। हैवी ब्लीडिंग भी खून की कमी कर सकती है और खून की कमी करके भी हैवी ब्लीडिंग हो सकती है। ਸੋ ਲੇਡੀ ਨੂੰ ਆਮ ਕਿਹੜੇ ਟੈਸਟ ਜਿਹੜੇ ਨੇ ਉਹ ਕਰਵਾਉਣੇ ਚਾਹੀਦੇ ਨੇ, ਕਿਹੜੇ ਨੀਡੀ ਟੈਸਟ ਹੁੰਦੇ ਨੇ ਜਿਹੜੇ ਮਾਮੂਲੀ ਇੱਕ ਔਰਤ ਨੂੰ ਆਪਣੇ ਰੂਟੀਨ ਚੈੱਕਅਪ ਦੇ ਵਿੱਚ ਕਰਵਾ ਲੈਣੇ ਚਾਹੀਦੇ ਆ। ਆਪਾਂ ਜ਼ਰੂਰ ਇੱਕ ਯੂਟਰਸ ਦੇ ਸਕਰੀਨਿੰਗ ਸਰਵਾਈਕਲ ਕੈਂਸਰ ਸਕਰੀਨਿੰਗ ਲਈ ਪਾਣੀ ਦਾ ਟੈਸਟ ਕਰਦੇ ਹਾਂ ਯੂਟਰਸ ਦੇ ਮੂੰਹ ਤੋਂ। ਉਹ 30 ਇਅਰਸ ਤੋਂ ਬਾਅਦ ਹਰ ਲੇਡੀ ਨੂੰ ਐਵਰੀ 3 ਇਅਰਸ ਕਰਾ ਲੈਣਾ ਚਾਹੀਦਾ ਹੈ। ਕੈਂਸਰ ਦਾ ਨਾਮ ਹੀ ਸੁਣਦੇ ਇੱਕ ਡਰ, ਇੱਕ ਸਹਿਮ ਜਿਹੜਾ ਹੈ ਮਨ ਦੇ ਵਿੱਚ ਆ ਜਾਂਦਾ ਹੈ ਨਾ। ਸੋ ਇਹ ਕਿੰਨਾ ਕੁ ਘਾਤਕ ਹੋ ਸਕਦਾ ਇੱਕ ਔਰਤ ਲਈ? कोई ब्लीडिंग आ गई इरेगुलर या इन पोस्ट मीनोपॉजल ब्लीडिंग हो गई लेडी ਨੂੰ ਇਹ ਤੋਂ ਬਾਅਦ ਤਾਂ ਜਦ ਆਪਾਂ ਟੈਸਟ ਕਰਦੇ ਹਾਂ ਯੂਜੂਲੀ 3rd ਸਟੇਜ 'ਚ ਪਹੁੰਚ ਚੁੱਕਿਆ ਹੁੰਦਾ ਹੈ। ਕਦੋਂ ਡਾਕਟਰ ਨੂੰ ਲੱਗਦਾ ਹੈ ਕਿ ਹੁਣ ਸੀ ਸੈਕਸ਼ਨ ਦੀ ਲੋੜ ਹੈ ਰੈਦਰ ਦੈਨ ਨਾਰਮਲ ਡਿਲੀਵਰੀ? ਫਸਟ ਡਿਲੀਵਰੀ ਅਗਰ ਨਾਰਮਲ ਹੋ ਜਾਏ ਤੇ ਹਮੇਸ਼ਾ ਅੱਗੇ ਲਈ ਠੀਕ ਰਹਿੰਦਾ ਹੈਗਾ। ਕਈ ਵਾਰੀ ਲੇਡੀਜ਼ ਪ੍ਰੈਗਨੈਂਸੀ ਨੂੰ ਰੋਕਣ ਦੇ ਲਈ ਪ੍ਰੈਗਨੈਂਸੀ ਰੋਕੋ ਕਿਟਸ ਖਾ ਲੈਂਦੀਆਂ ਨੇ ਜਾਂ ਫਿਰ ਕਨਸੀਵ ਕਰਨ ਤੋਂ ਬਾਅਦ ਅਬੋਰਸ਼ਨ ਕਿਟ ਖਾ ਲੈਂਦੀਆਂ ਨੇ। ਸੋ ਇਹ ਕਿੰਨੀਆਂ ਕੁ ਘਾਤਕ ਹੁੰਦੀਆਂ ਨੇ ਔਰ ਇੱਕ ਸਾਨੂੰ ਲੈਣੀਆਂ ਚਾਹੀਦੀਆਂ ਜਾਂ ਫਿਰ ਨਹੀਂ? ਉਹਦੇ ਨਾਲ ਕੀ ਹੁੰਦਾ, ਉਹਨਾਂ ਦਾ ਸਾਰਾ ਹਾਰਮੋਨਲ ਸਿਸਟਮ ਡਿਸਟਰਪਟ ਹੋ ਜਾਂਦਾ ਹੈ, ਗੜਬੜ ਹੋ ਜਾਂਦੀ ਹੈ, ਉਹਦੇ ਸਾਈਕਲ ਪੂਰਾ ਗੜਬੜ ਹੋ ਜਾਂਦੀ ਹੈ। ਫਿਰ ਉਹਨੂੰ 3 ਮਹੀਨੇ ਲੱਗ ਜਾਂਦੇ ਨਾਰਮਲਾਈਜ਼ ਕਰਨ 'ਚ ਔਰ ਉਹਦੇ 'ਚ ਹੈਵੀ ਹਾਰਮੋਨ ਡੋਜ਼ ਦੇਣੀ ਪੈਂਦੀ ਹੈ ਜਿਹਦਾ ਆਪਣਾ ਸਾਈਡ ਇਫੈਕਟ ਹੈ। ਸਤਿ ਸ਼੍ਰੀ ਅਕਾਲ, ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਦੋਸਤੋ, ਘਰਾਂ ਦੇ ਵਿੱਚ ਤੁਸੀਂ ਆਮ ਦੇਖਿਆ ਹੋਣਾ ਕਿ ਘਰ ਦਾ ਕੰਮ ਕਰਦਿਆਂ ਔਰਤਾਂ ਜਿਹੜੀਆਂ ਨੇ ਉਹ ਬਿਮਾਰ ਪੈ ਜਾਂਦੀਆਂ ਨੇ। ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਦਰਦਾਂ ਹੁੰਦੀਆਂ ਨੇ, ਫਿਰ ਕਈ ਵਾਰੀ ਕਹਿ ਲਓ ਵੀ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਨੂੰ ਆਉਣ ਲੱਗ ਜਾਂਦੀਆਂ ਨੇ। ਸੋ ਕੀ ਕਾਰਨ ਹੋ ਸਕਦੇ ਨੇ, ਕਿਹੜੀਆਂ ਪਰੇਸ਼ਾਨੀਆਂ ਉਹਨਾਂ ਨੂੰ ਹੁੰਦੀਆਂ ਨੇ ਔਰ ਕੀ ਉਹਨਾਂ ਦਾ ਇਲਾਜ ਹੈ, ਇਹ तमाम ਜਾਣਕਾਰੀ ਸਾਡੇ ਨਾਲ ਸਾਂਝਾ ਕਰਨਗੇ ਡਾਕਟਰ ਗੀਤਾ ਜੁਨੇਜਾ ਹੋਣੀ। ਬਹੁਤ ਸਵਾਗਤ ਹੈ ਡਾਕਟਰ ਸਾਹਿਬ ਟੀਵੀ ਪੰਜਾਬ ਤੇ। ਧੰਨਵਾਦ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਅੱਛਾ ਡਾਕਟਰ ਸਾਹਿਬ, ਜਿਵੇਂ ਮੈਂ ਕਿਹਾ ਕਿ ਆਮ ਸੁਣਦੇ ਹਾਂ ਅਸੀਂ ਕਿ ਔਰਤਾਂ ਨੂੰ ਪ੍ਰੋਬਲਮ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਕੁਝ ਆਮ ਪ੍ਰੋਬਲਮਸ ਬਾਰੇ ਜਾਣਨਾ ਚਾਹਾਂਗੀ ਜਿਹੜੀਆਂ ਔਰਤਾਂ ਨੂੰ ਮਾਮੂਲੀ ਹੋ ਜਾਂਦੀਆਂ ਨੇ। ਆਮ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਦੇਖਦੇ ਹਾਂ ਜੀ ਉਹ ਹੈਗਾ ਖੂਨ ਦੀ ਕਮੀ, ਜਿਹੜੀ ਆਮ ਔਰਤਾਂ ਨੂੰ ਹੋ ਜਾਂਦੀ ਹੈਗੀ। ਇੱਕ ਆਸਟੀਓਪੋਰੋਸਿਸ ਹੈਗਾ ਜਿਹੜਾ ਕਿ ਹੱਡੀਆਂ ਦੀ ਵੀਕਨੈਸ ਦਾ ਹੁੰਦਾ ਹੈਗਾ, ਕੈਲਸ਼ੀਅਮ ਦੀ ਕਮੀ ਕਰਕੇ ਉਹ ਹੁੰਦਾ ਹੈਗਾ ਜ਼ਿਆਦਾਤਰ। ਜਾਂ ਫਿਰ ਔਰਤਾਂ ਨੂੰ ਜਿਹੜਾ ਪਾਣੀ ਪੈਂਦਾ ਹੈਗਾ ਉਹਦਾ ਪ੍ਰੋਪਰ ਟਰੀਟਮੈਂਟ ਨਹੀਂ ਉਹ ਕਰਾਉਂਦੀਆਂ, ਉਹਦੇ ਨਾਲ ਅੰਦਰ ਇਨਫੈਕਸ਼ਨ ਹੋ ਜਾਂਦੀ ਹੈ ਨਲਾਂ 'ਚ, ਉਹਦੇ ਕਰਕੇ ਵੀ ਉਹ ਬਹੁਤ ਜ਼ਿਆਦਾ ਸਫਰ ਕਰਦੀਆਂ ਹੈਗੀਆਂ। ਜਾਂ ਪੀਰੀਅਡਸ ਦੀ ਪ੍ਰੋਬਲਮ ਹੁੰਦੀ ਹੈ, ਹੈਵੀ ਪੀਰੀਅਡਸ ਹੁੰਦੇ ਹੈ, ਬਹੁਤ ਦੇਰ ਉਹ ਟਰੀਟਮੈਂਟ ਨਹੀਂ ਲੈਂਦੀਆਂ ਸੋਚ ਕੇ ਕਿ ਉਮਰ ਦੇ ਹਿਸਾਬ ਨਾਲ ਬੰਦ ਹੋ ਰਹੇ ਆ ਤਾਂ ਹੈਵੀ ਆ ਰਿਹਾ। ਇਹਨਾਂ ਗਲਤ ਫਹਿਮੀਆਂ ਕਰਕੇ ਔਰ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਿਹੜਾ ਕਿ ਡਾਈਟ 'ਚ ਉਹਨਾਂ ਨੂੰ ਫੂਡ ਫੈਟਸ ਕਹਿੰਦੇ ਹੈ ਕਿ ਪ੍ਰੋਪਰ ਡਾਈਟ ਨਹੀਂ ਲੈਂਦੀਆਂ, ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀਆਂ, ਸਕਰੀਨਿੰਗ ਟੈਸਟ ਨਹੀਂ ਕਰਾਉਂਦੀਆਂ, ਉਹ ਉਸ ਕਰਕੇ ਉਹ ਜ਼ਿਆਦਾਤਰ ਪ੍ਰੋਬਲਮਸ ਫੇਸ ਕਰਦੀਆਂ। ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਖੂਨ ਦੀ ਕਮੀ ਆ ਜਾਂਦੀ ਹੈ ਜਾਂ ਹੈਵੀ ਬਲੀਡਿੰਗ ਹੋ ਜਾਂਦੀ ਹੈ। ਸੋ ਖੂਨ ਦੀ ਕਮੀ ਕੀ ਹੈਵੀ ਬਲੀਡਿੰਗ ਦੇ ਕਾਰਨ ਵੀ ਲੇਡੀਜ਼ ਦੇ ਵਿੱਚ ਆ ਸਕਦੀ ਹੈ? ਹਾਂਜੀ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿ ਹੈਵੀ ਬਲੀਡਿੰਗ ਵੀ ਖੂਨ ਦੀ ਕਮੀ ਕਰ ਸਕਦੀ ਹੈ ਔਰ ਖੂਨ ਦੀ ਕਮੀ ਕਰਕੇ ਵੀ ਹੈਵੀ ਬਲੀਡਿੰਗ ਹੋ ਸਕਦੀ ਹੈ। ਦੋਨੋਂ ਚੀਜ਼ਾਂ ਇੰਟਰ ਰਿਲੇਟਡ ਹੈ। ਤੇ ਹੈਵੀ ਬਲੀਡਿੰਗ ਦੇ ਬਹੁਤ ਸਾਰੇ ਕਾਰਨ ਹੁੰਦੇ ਹੈ। ਇੱਕ ਹੁੰਦਾ ਡਿਸਫੰਕਸ਼ਨਲ ਯੂਟਰਾਈਨ ਬਲੀਡਿੰਗ, ਜਿਹਦੇ 'ਚ ਕੋਈ ਅੰਦਰ ਰਸੌਲੀ ਨਹੀਂ ਹੁੰਦੀ ਬਟ ਹਾਰਮੋਨਸ ਦੀ ਇੰਬੈਲੈਂਸ ਕਰਕੇ ਹੁੰਦੀ ਹੈ। ਇੱਕ ਹੁੰਦੀ ਹੈ ਕਿ ਰਸੌਲੀ ਹੁੰਦੀ ਹੈ ਯੂਟਰਸ ਦੇ ਅੰਦਰ, ਉਹਦੇ ਕਰਕੇ ਹੁੰਦੀ ਹੈ। ਇੱਕ ਹੁੰਦੀ ਹੈ ਪ੍ਰੋਬਲਮ ਜਿਹਦੇ 'ਚ ਮੈਂਸਸ ਦਾ ਬਲੱਡ ਯੂਟਰਸ ਦੀ ਵਾਲਸ 'ਚ ਕਲੈਕਟ ਹੋ ਜਾਂਦਾ, ਉਹਨੂੰ ਐਂਡੋਮੈਟ੍ਰੀਓਸਿਸ ਕਹਿੰਦੇ ਆ, ਉਹਦੇ ਕਰਕੇ ਹੁੰਦੀ ਹੈ ਜੀ। ਅੱਛਾ ਡਾਕਟਰ ਸਾਹਿਬ, ਤੁਸੀਂ ਰਸੌਲੀ ਦੀ ਗੱਲ ਕੀਤੀ ਤਾਂ ਮੈਂ ਜ਼ਿਕਰ ਕਰਾਂ ਇੱਥੇ ਰਸੌਲੀ ਦਾ, ਤਾਂ ਤੁਸੀਂ ਦੇਖਿਆ ਹੋਣਾ ਕਿ ਆਮ ਘਰਾਂ ਦੇ ਵਿੱਚ ਹਰ ਤੀਜੇ ਘਰ ਦੇ ਵਿੱਚ ਅੱਜ ਕੱਲ੍ਹ ਸੁਣਨ ਨੂੰ ਮਿਲਦਾ ਕਿ ਰਸੌਲੀ ਆ, ਚਾਹੇ ਯੂਟਰਸ ਆ ਚਾਹੇ ਅੰਡੇਦਾਨੀ ਜਾ। ਪਹਿਲਾਂ ਤਾਂ ਅੰਡੇਦਾਨੀ ਔਰ ਯੂਟਰਸ ਦੀ ਰਸੌਲੀ ਦੇ ਵਿੱਚ ਫਰਕ ਕੀ ਹੈ ਉਹ ਜਾਣਾਂਗੇ, ਫਿਰ ਉਸ ਤੋਂ ਬਾਅਦ ਅਗਲੀ ਮੁੱਦੇ ਤੇ ਆਵਾਂਗੇ। ਦੇਖੋ, ਇਹ ਦੋਨੋਂ ਆਰਗਨਸ ਅਲੱਗ-ਅਲੱਗ ਹੈਗੇ। ਇੱਕ ਬੱਚੇਦਾਨੀ ਹੈਗੀ ਜਿਹਨੂੰ ਆਪਾਂ ਯੂਟਰਸ ਕਹਿੰਦੇ ਆ, ਅੰਡੇਦਾਨੀ ਹੈਗੀ ਜਿਹਨੂੰ ਆਪਾਂ ਓਵਰੀ ਕਹਿੰਦੇ ਆ। ਤਾਂ ਜਦੋਂ ਲੇਡੀ ਸਕੈਨ ਕਰਾ ਕੇ ਆਉਂਦੀ ਹੈ, ਬਸ ਉਹ ਰਿਪੋਰਟ 'ਚ ਇਹੀ ਸਾਨੂੰ ਦੱਸਦੀ ਹੈ ਮੈਡਮ ਸਾਡੇ ਰਸੌਲੀ ਹੋ ਗਈ। ਉਹਨੂੰ ਇਹ ਦੋਨਾਂ ਦਾ ਡਿਫਰੈਂਸ ਨਹੀਂ ਪਤਾ ਹੁੰਦਾ। ਦੋਨਾਂ ਬਿਲਕੁਲ ਅਲੱਗ-ਅਲੱਗ ਰਸੌਲੀਆਂ, ਉਹਨਾਂ ਦਾ ਟਰੀਟਮੈਂਟ ਬਿਲਕੁਲ ਅਲੱਗ ਹੈਗਾ ਔਰ ਉਹਨਾਂ ਦੇ ਅੱਗੇ ਚੱਲ ਕੇ ਕੋਈ ਪ੍ਰੋਬਲਮਸ ਜਿਹੜੀ ਹੈਗੀ ਅਲੱਗ ਹੈਗੀ। ਜਿਹੜੀ ਯੂਟਰਸ ਵਾਲੀ ਰਸੌਲੀ ਹੈਗੀ ਉਹ ਇੱਕ ਫਾਈਬਰੋਇਡ ਹੁੰਦਾ ਜਿਹੜਾ ਕਿ ਇੱਕ ਤਰ੍ਹਾਂ ਦੀ ਯੂਟਰਸ ਦੀ ਵਾਲ, ਜਿਹੜੀ ਮਸਲ ਵਾਲ ਹੈ, ਉਹਦੇ 'ਚ ਇੱਕ ਗੱਠ ਹੁੰਦੀ ਹੈ। ਇਹ ਜਿਹੜੀ ਹੈਗੀ ਹੈ ਇਹ ਏਜ ਦੇ ਹਿਸਾਬ ਨਾਲ ਆਪਾਂ ਟਰੀਟ ਕਰਨੀ ਹੁੰਦੀ ਹੈ। ਅਗਰ ਤਾਂ ਪੇਸ਼ੈਂਟ ਦੇ ਫੈਮਿਲੀ ਕੰਪਲੀਟ ਹੈ
ਉਹਨੂੰ ਬੱਚਿਆਂ ਦੀ ਨਹੀਂ ਲੋੜ ਹੈਗੀ ਹੈ ਔਰ ਏਜ ਉਹਦੀ ਮੀਨੋਪੌਜ਼ ਦੇ ਅਰਾਊਂਡ ਹੈਗੀ, ਫਿਰ ਆਪਾਂ ਨੂੰ ਉਸ ਰਸੌਲੀ ਦਾ ਵਰੀ ਨਹੀਂ ਕਰਨਾ ਹੁੰਦਾ ਕਿਉਂਕਿ ਆਫਟਰ ਮੀਨੋਪੌਜ਼ ਜਿਹਨੂੰ ਰਜੋ ਨਿਵ੍ਰਿੱਤੀ ਕਹਿੰਦੇ ਆ ਉਸ ਤੋਂ ਬਾਅਦ ਉਹ ਸ਼ਰਿੰਕ ਕਰ ਜਾਂਦੀ ਹੈ। ਔਰ ਅਗਰ ਪੇਸ਼ੈਂਟ ਕੰਸੀਵ ਨਹੀਂ ਕਰ ਰਹੀ, ਪ੍ਰੈਗਨੈਂਟ ਨਹੀਂ ਹੋ ਰਹੀ ਔਰ ਉਹਦੇ ਰਸੌਲੀ ਹੈਗੀ ਹੈ ਤਾਂ ਔਰ ਉਹ ਰਸੌਲੀ ਬਿਲਕੁਲ ਜਿੱਥੇ ਬੱਚੇ ਨੇ ਠਹਿਰਨਾ ਉਸ ਜਗ੍ਹਾ ਤੇ ਝਿੱਲੀ ਦੇ ਕੋਲ ਹੈ ਤਾਂ ਆਪਾਂ ਉਹਨੂੰ ਰਿਮੂਵ ਕਰਨ ਦਾ ਸੋਚਦੇ ਹਾਂ। ਅਗਰ ਉਹ ਪੇਸ਼ੈਂਟ ਨੂੰ ਬਲੀਡਿੰਗ ਜ਼ਿਆਦਾ ਕਰ ਰਹੀ ਹੈ ਲੇਕਿਨ ਫੈਮਿਲੀ ਕੰਪਲੀਟ ਹੈ ਔਰ ਉਹ ਕਿਸੇ ਦਵਾਈ ਨਾਲ ਠੀਕ ਨਹੀਂ ਹੋ ਰਹੀ ਬਲੀਡਿੰਗ ਔਰ ਕਾਫੀ ਬੜੀ ਹੈ ਤਾਂ ਉਹਨੂੰ ਆਪਾਂ ਨੂੰ ਆਪਰੇਸ਼ਨ ਦਾ ਸੋਚਣਾ ਚਾਹੀਦਾ ਹੈ। ਅਦਰਵਾਈਜ਼ ਕਾਫੀ ਸਾਰੀ ਮੈਡੀਸਿਨਸ ਹੈ ਜਿਹਦੇ ਨਾਲ ਆਪਾਂ ਉਹਨੂੰ ਕੰਟਰੋਲ ਕਰ ਸਕਦੇ ਹੈਗੇ। ਇੰਨਾ ਘਬਰਾਉਣ ਦੀ ਲੋੜ ਨਹੀਂ, ਇਹਦੀ ਕੋਈ ਜੜ੍ਹਾਂ ਨਹੀਂ ਹੁੰਦੀਆਂ, ਇਹ ਅੱਗੇ ਚੱਲ ਕੇ ਕੋਈ ਕੈਂਸਰ ਨਹੀਂ ਬਣਾਉਂਦੀ, ਇਹਦਾ ਕੋਈ ਇੰਨਾ ਘਬਰਾਉਣ ਦੀ ਗੱਲ ਨਹੀਂ ਹੁੰਦੀ, ਸਿਰਫ ਸਿੰਪਟਮਸ ਆਪਾਂ ਨੂੰ ਟਰੀਟ ਕਰਨੇ ਹੁੰਦੇ ਆ ਪੇਸ਼ੈਂਟ ਦੇ। ਔਰ ਜਿਹੜੀ ਅੰਡੇਦਾਨੀ ਰਸੌਲੀ ਹੈਗੀ ਹੈ ਉਹ ਬਹੁਤ ਤਰ੍ਹਾਂ ਦੀ ਹੁੰਦੀ ਹੈ। ਉਹ ਅਗਰ ਤਾਂ ਸਿੰਪਲ ਪਾਣੀ ਵਾਲੀ ਰਸੌਲੀ ਹੈ ਜਿਹਨੂੰ ਓਵੇਰੀਅਨ ਸਿਸਟ ਕਹਿੰਦੇ ਆ, ਸਿੰਪਲ ਸਿਸਟ, ਉਹਦਾ ਟਰੀਟਮੈਂਟ ਅਗਰ ਤਾਂ 6 ਸੈਂਟੀਮੀਟਰਸ ਤੋਂ ਘੱਟ ਹੈ ਤਾਂ ਆਪਾਂ ਨੂੰ ਉਹ ਟਰੀਟਮੈਂਟ ਹਾਰਮੋਨਲ ਦੇਣਾ ਹੁੰਦਾ ਹੈ। ਅਗਰ ਉਹਦਾ ਸਾਈਜ਼ ਜ਼ਿਆਦਾ ਹੈਗਾ ਜਾਂ ਉਹਦੇ 'ਚ ਸੋਲਿਡ ਏਰੀਆਜ਼ ਹੈਗੇ ਹੈ ਜਾਂ ਉਹਦੇ 'ਚ ਬਲੱਡ ਹੈ ਫਿਰ ਆਪਾਂ ਨੂੰ ਉਸ ਹਿਸਾਬ ਨਾਲ ਉਹਦਾ ਟਰੀਟਮੈਂਟ ਕਰਨਾ ਜਾਂ ਆਪਰੇਟਿਵ ਜਾਂ ਫਿਰ ਉਹਨੂੰ ਅੱਗੇ ਚੱਲ ਕੇ ਫੋਲੋ ਕਰਨਾ ਹੁੰਦਾ ਜੀ। ਅੱਛਾ ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਜਿਨ੍ਹਾਂ ਦੀ ਫੈਮਿਲੀ ਕਹਿ ਲਓ ਵੀ ਕੰਪਲੀਟ ਹੁੰਦੀ ਹੈ ਤਾਂ ਉਹ ਬਹੁਤਾ ਘਬਰਾਉਣ ਦੀ ਵੀ ਲੋੜ ਨਹੀਂ ਹੁੰਦੀ, ਕਈ ਵਾਰੀ ਕੱਢਣੀ ਪੈਂਦੀ, ਕਈ ਵਾਰੀ ਨਹੀਂ ਕੱਢਣੀ ਪੈਂਦੀ। ਸੋ ਕਿ ਤੁਸੀਂ ਗੱਲ ਕੀਤੀ ਕਿ ਕੰਸੀਵ ਨਹੀਂ ਕਰਦੇ, ਸੋ ਯੂਟਰਸ ਦੇ ਵਿੱਚ ਰਸੌਲੀ ਹੋਵੇ, ਕੰਸੀਵ ਕਰਨਾ ਹੋਵੇ, ਜਿਹਦੀ ਫੈਮਿਲੀ ਨਹੀਂ ਹੈ, ਓਬਵੀਅਸਲੀ ਉਹ ਚਾਹੇਗੀ ਕਿ ਮੇਰਾ ਆਪਣਾ ਬੱਚਾ ਹੋਵੇ, ਹੈ ਨਾ। ਸੋ ਕੀ ਰਸੌਲੀ ਦੇ ਹੁੰਦੇ ਹੋਏ ਉਹ ਲੇਡੀ ਕੰਸੀਵ ਕਰ ਸਕਦੀ ਹੈ? ਹਾਂਜੀ, ਇਹ ਲੋਕੇਸ਼ਨ ਤੇ ਡਿਪੈਂਡ ਕਰਦਾ ਹੈ ਰਸੌਲੀ ਦੇ ਕਿ ਕਿੱਥੇ ਹੈਗੀ। ਅਗਰ ਤਾਂ ਰਸੌਲੀ ਬਿਲਕੁਲ ਜਿੱਥੇ ਬੱਚਾ ਠਹਿਰਦਾ, ਜਿਹੜੀ ਐਂਡੋਮੈਟਰੀਅਮ ਕਹਿੰਦੇ ਆ, ਉਹਦੀ ਲਾਈਨਿੰਗ ਦੇ ਬਿਲਕੁਲ ਨਾਲ ਜੁੜੀ ਹੋਈ ਹੈ, ਉਹਨੂੰ ਪ੍ਰੋਟਿਊਟ ਕਰ ਰਹੀ ਹੈ, ਉੱਥੋਂ ਅੰਦਰ ਨੂੰ ਆ ਰਹੀ ਹੈ ਕੈਵਿਟੀ 'ਚ, ਫਿਰ ਤਾਂ ਉਹਨੇ ਬੱਚਾ ਠਹਿਰਨ 'ਚ ਪ੍ਰੋਬਲਮ ਕਰਨੀ ਹੈ ਜਾਂ ਮਿਸਕੈਰੇਜ ਹੋ ਜਾਏਗਾ ਜਾਂ ਕੰਸੀਵ ਨਹੀਂ ਕਰੇਗੀ। ਅਗਰ ਉਹ ਰਸੌਲੀ ਵਾਲ 'ਚ ਹੈਗੀ ਹੈ ਔਰ ਉਹਦਾ ਸਾਈਜ਼ 4 ਸੈਂਟੀਮੀਟਰਸ ਤੋਂ ਘੱਟ ਹੈ ਫਿਰ ਇੰਨਾ ਚਾਹੇ 3-4 ਵੀ ਹੋਣ ਤਾਂ ਵਰੀ ਕਰਨ ਦੀ ਲੋੜ ਨਹੀਂ ਹੁੰਦੀ। ਔਰ ਅਗਰ ਯੂਟਰਸ ਦੀ ਬਾਹਰਲੀ ਤਹਿ ਦੇ ਸਾਈਡ 'ਚ ਹੈਗੀ ਹੈ, ਬਾਹਰਲੇ ਪਾਸੇ ਹੈ, ਫਿਰ ਤਾਂ ਆਪਾਂ ਕੱਢਦੇ ਹੀ ਨਹੀਂ ਉਹਨੂੰ। ਤੇ ਉਹਦੇ ਨਾਲ ਪੇਸ਼ੈਂਟ ਆਰਾਮ ਨਾਲ ਪ੍ਰੈਗਨੈਂਟ ਹੋ ਸਕਦੀ ਹੈ, ਪ੍ਰੈਗਨੈਂਸੀ 'ਚ ਵੀ ਕੋਈ ਦਿੱਕਤ ਨਹੀਂ ਆਉਂਦੀ ਔਰ ਆਰਾਮ ਨਾਲ ਬੱਚਾ ਉਹਦੇ ਡਿਲੀਵਰੀ ਹੁੰਦੀ ਹੈ, ਕੋਈ ਐਸੀ ਪ੍ਰੋਬਲਮ। ਅੱਛਾ ਡਾਕਟਰ ਸਾਹਿਬ, ਮਾਸ ਵਾਲੀ ਔਰ ਪਾਣੀ ਵਾਲੀ ਰਸੌਲੀ ਤੁਸੀਂ ਕਿਹਾ ਹੈ ਨਾ, ਵੀ ਕੀ ਮਾਸ ਵਾਲੀ ਰਸੌਲੀ ਬੱਚੇਦਾਨੀ ਤੋਂ ਬਾਹਰ ਵੀ ਹੋ ਸਕਦੀ ਹੈ ਕਿ ਮਾਸ ਵਾਲੀ ਸਿਰਫ ਯੂਟਰਸ ਦੇ ਅੰਦਰ ਹੁੰਦੀ ਹੈ? ਮਾਸ ਵਾਲੀ ਰਸੌਲੀ ਦੇਖੋ ਓਵਰੀ 'ਚ ਵੀ ਹੋ ਸਕਦੀ ਹੈ, ਅੰਡੇਦਾਨੀ 'ਚ ਜਿਹੜਾ ਮੈਂ ਤੁਹਾਨੂੰ ਦੱਸਿਆ ਉਸ 'ਚ ਬਲੱਡ ਵਾਲੀ ਮਾਸ ਵਾਲੀ ਦੋਨੋਂ ਹੋ ਸਕਦੀਆਂ। ਤਾਂ ਮਾਸ ਵਾਲੀ ਜ਼ਿਆਦਾਤਰ ਓਵਰੀ 'ਚ ਅਗਰ ਹੈ ਤਾਂ ਉਹ ਥੋੜਾ ਸੀਰੀਅਸ ਗੱਲ ਹੁੰਦੀ ਹੈ, ਉਹਨੂੰ ਫਿਰ ਆਪਾਂ ਫਰਦਰ ਇਨਵੈਸਟੀਗੇਟ ਕਰਦੇ ਹਾਂ ਕਿ ਉਹ ਜੜ੍ਹਾਂ ਤਾਂ ਨਹੀਂ ਬਣੀਆਂ ਹੋਈਆਂ, MRI ਕਰਾਉਂਦੇ ਹੈ ਤਾਂ ਉਸ ਦੇ ਨਾਲ ਆਪਾਂ ਨੂੰ ਪਤਾ ਚੱਲਦਾ ਹੈਗਾ ਕਿ ਅਗਰ ਇਹਨੂੰ ਕੱਢਣ ਦੀ ਲੋੜ ਹੈ ਕਿ ਨਹੀਂ ਹੈ ਜੀ। ਅੱਛਾ ਡਾਕਟਰ ਸਾਹਿਬ, ਹੁਣ ਇੱਥੇ ਰਸੌਲੀਆਂ ਦੀ ਗੱਲ ਹੋਈ ਆ, ਤੁਸੀਂ ਕਿਹਾ ਕਿ ਜੜ੍ਹਾਂ ਤਾਂ ਨਹੀਂ ਬਣਦੀਆਂ ਔਰ ਕਈ ਜਿਹੜੀਆਂ MRIs ਕਰਵਾਈਆਂ ਜਾਂਦੀਆਂ, ਸੋ ਲੇਡੀ ਨੂੰ ਆਮ ਕਿਹੜੇ ਟੈਸਟ ਜਿਹੜੇ ਨੇ ਉਹ ਕਰਵਾਉਣੇ ਚਾਹੀਦੇ ਨੇ, ਕਿਹੜੇ ਨੀਡੀ ਟੈਸਟ ਹੁੰਦੇ ਨੇ ਜਿਹੜੇ ਮਾਮੂਲੀ ਇੱਕ ਔਰਤ ਨੂੰ ਆਪਣੇ ਰੂਟੀਨ ਚੈੱਕਅਪ ਦੇ ਵਿੱਚ ਕਰਵਾ ਲੈਣੇ ਚਾਹੀਦੇ ਆ? ਦੇਖੋ, ਸਭ ਤੋਂ ਪਹਿਲਾਂ ਇੱਕ ਸਿੰਪਲ ਬਲੱਡ ਟੈਸਟ 'ਚ ਔਰਤ ਨੂੰ ਇੱਕ CBC ਕੰਪਲੀਟ ਬਲੱਡ ਕਾਊਂਟ ਜਿਹਨੂੰ ਕਹਿੰਦੇ, ਜਿਹਦੇ 'ਚ ਆਪਾਂ ਹੀਮੋਗਲੋਬਿਨ ਦੇਖਦੇ ਹਾਂ, ਉਹਦੇ ਸੈੱਲ ਕਿੰਨੇ ਹੈਗੇ, ਉਹ ਸਾਰਾ ਕੁਝ ਦੇਖਦੇ ਹਾਂ, ਪਲੇਟਲੈਟਸ ਕਿੰਨੇ ਹੈਗੇ, ਉਹ ਕਾਊਂਟ ਕਰਾ ਲੈਣਾ ਚਾਹੀਦਾ ਹੈ। ਇੱਕ ਸ਼ੂਗਰ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹਰ ਔਰਤ ਨੂੰ। ਔਰ ਇਸ ਤੋਂ ਇਲਾਵਾ ਆਪਾਂ ਨੂੰ ਬਲੱਡ ਟੈਸਟ 'ਚ ਲਿਵਰ ਐਂਜ਼ਾਈਮਸ ਅਗਰ ਉਹਨੂੰ ਭੁੱਖ ਨਹੀਂ ਲੱਗ ਰਹੀ ਤਾਂ ਦੇਖ ਲੈਣੇ ਚਾਹੀਦੇ ਅਗਰ ਹੈਵੀ ਬਲੀਡਿੰਗ ਹੈ। ਔਰ ਸਕੈਨਿੰਗ ਹਰ ਲੇਡੀ ਨੂੰ, ਅਗਰ ਕੋਈ ਪੈਲਵਿਕ ਹੈਵੀਨੈਸ ਹੈ, ਮਤਲਬ ਕਿ ਨਲਾਂ 'ਚ ਭਾਰ ਪੈ ਰਿਹਾ ਹੈ ਜਾਂ ਪੀਰੀਅਡ ਜ਼ਿਆਦਾ ਆ ਰਹੇ ਹੈਗੇ ਤਾਂ ਉਹਨਾਂ ਨੂੰ ਇੱਕ ਬੇਸਲਾਈਨ ਇੱਕ ਅਲਟਰਾਸਾਊਂਡ ਪੇਟ ਦਾ ਔਰ ਪੈਲਵਿਸ ਦਾ, ਯੂਟਰਸ ਔਰ ਓਵਰੀਜ਼ ਜੋ ਜਿਹਦੇ 'ਚ ਦਿਖਦੇ ਹੈ ਔਰ ਪੂਰਾ ਪੇਟ ਦਾ ਸਕੈਨ ਉਹ ਜ਼ਰੂਰ ਕਰਾ ਲੈਣਾ ਚਾਹੀਦਾ ਬੇਸਲਾਈਨ। ਬਾਕੀ ਆਪਾਂ ਜ਼ਰੂਰ ਇੱਕ ਯੂਟਰਸ ਦੇ ਸਕਰੀਨਿੰਗ, ਸਰਵਾਈਕਲ ਕੈਂਸਰ ਸਕਰੀਨਿੰਗ ਲਈ ਪਾਣੀ ਦਾ ਟੈਸਟ ਕਰਦੇ ਹਾਂ ਯੂਟਰਸ ਦੇ ਮੂੰਹ ਤੋਂ, ਉਹ 30 ਇਅਰਸ ਤੋਂ ਬਾਅਦ ਹਰ ਲੇਡੀ ਨੂੰ ਐਵਰੀ 3 ਇਅਰਸ ਕਰਾ ਲੈਣਾ ਚਾਹੀਦਾ ਹੈ। ਉਹਦੇ ਨਾਲ ਸਰਵਾਈਕਲ ਕੈਂਸਰ ਅਸੀਂ 10 ਸਾਲ ਪਹਿਲਾਂ ਡਿਟੈਕਟ ਕਰ ਸਕਦੇ ਹੈਗੇ, ਉਹਨੂੰ ਸਰਵਾਈਕਲ ਕੈਂਸਰ ਸਕਰੀਨਿੰਗ ਕਹਿੰਦੇ ਆ। ਔਰ ਇੱਕ ਬ੍ਰੈਸਟ ਕੈਂਸਰ ਬਹੁਤ ਕਾਮਨ ਹੈ ਲੇਡੀਜ਼ 'ਚ, ਉਹਦੇ ਲਈ ਸਾਨੂੰ ਮੈਮੋਗ੍ਰਾਫੀ ਜ਼ਰੂਰ ਕਰਾ ਲੈਣੀ ਚਾਹੀਦੀ ਹੈ ਆਫਟਰ 30 ਐਵਰੀ 3 ਇਅਰਸ। ਸੋ ਡਾਕਟਰ ਸਾਹਿਬ, ਬ੍ਰੈਸਟ ਕੈਂਸਰ ਦੀ ਗੱਲ ਹੋਈ ਆ, ਸਰਵਾਈਕਲ ਕੈਂਸਰ ਦੀ ਗੱਲ ਹੋਈ ਆ, ਸੋ ਇਹਦੇ ਸਿੰਪਟਮਸ ਜਾਂ ਫਿਰ ਇਹ ਕਿਵੇਂ ਹੋ ਜਾਂਦਾ ਹੈ ਉਸ ਬਾਰੇ ਜ਼ਰੂਰ ਜਾਣਨਾ ਚਾਹਾਂਗੇ, ਕਿਉਂਕਿ ਅਸੀਂ ਜਿਹੜੀਆਂ ਲੇਡੀਜ਼ ਆ, ਮੈਂ ਦੇਖਿਆ ਕਿ ਅਸੀਂ ਆਪਦੀ ਬਿਮਾਰੀ ਨੂੰ ਜ਼ਿਆਦਾ ਇਗਨੋਰ ਕਰਦੀਆਂ। ਫੈਮਿਲੀ 'ਚ ਕੋਈ ਹੋਰ ਬਿਮਾਰ ਹੋ ਜਾਵੇ ਤਾਂ ਅਸੀਂ ਤੁਰੰਤ ਉਹਨਾਂ ਨੂੰ ਕਹਿੰਦੇ ਕਿ ਨਹੀਂ ਚੈੱਕ ਕਰਾ ਕੇ ਆਓ, ਪਰ ਅਸੀਂ ਆਪਦੇ ਆਪ ਨੂੰ ਇਗਨੋਰ ਕਰ ਲੈਂਦੇ ਹਾਂ।
ਬਿਲਕੁਲ ਠੀਕ ਕਿਹਾ ਤੁਸੀਂ। ਬ੍ਰੈਸਟ ਦੇ ਲਈ ਦੇਖੋ, ਬ੍ਰੈਸਟ ਸੈਲਫ ਐਗਜ਼ਾਮੀਨੇਸ਼ਨ ਬਹੁਤ ਇੰਪੋਰਟੈਂਟ ਇੱਕ ਐਗਜ਼ਾਮੀਨੇਸ਼ਨ ਹੈ, ਜਿਹਦੇ 'ਚ ਲੇਡੀ ਆਪਣੇ ਆਪ ਨਹਾਉਣ ਵੇਲੇ ਆਪਣੇ ਦੋਨੋਂ ਬ੍ਰੈਸਟ ਨੂੰ ਆਪਣੇ ਫਲੈਟ ਆਫ ਦ ਹੈਂਡ ਨਾਲ ਪੈਲਪੇਟ ਕਰਕੇ ਦੇਖੇ ਕਿ ਕੋਈ ਉਹਦੇ 'ਚ ਗਿਲਟੀ ਜਾਂ ਕੋਈ ਹਾਰਡਨੈਸ ਤਾਂ ਨਹੀਂ ਫੀਲ ਹੋ ਰਹੀ। ਨਿੱਪਲ ਨੂੰ ਸ਼ੀਸ਼ੇ 'ਚ ਦੇਖਣਾ ਚਾਹੀਦਾ ਹੈ ਕਿ ਕੋਈ ਉਹਦੇ ਸਾਈਜ਼ 'ਚ ਜਾਂ ਉਹਦੇ ਲੈਵਲ 'ਚ ਦੋਨਾਂ ਦੇ ਨਿੱਪਲਸ ਦੇ ਫਰਕ ਤਾਂ ਨਹੀਂ ਆ ਗਿਆ ਹੈਗਾ, ਔਰ ਕੋਈ ਸਕਿਨ ਚੇਂਜਸ ਜਿੱਦਾਂ ਕਿ ਔਰੇਂਜ ਪੀਲ ਟਾਈਪ ਦੀ ਸਕਿਨ ਤਾਂ ਨਹੀਂ ਹੋਈ ਹੈ। ਇਹ ਸਿੰਪਟਮਸ ਪੂਰੇ ਕੈਂਸਰ ਨੂੰ ਇੰਡੀਕੇਟ ਕਰਦੇ ਹੈ। ਤਾਂ ਕਾਫੀ ਰਸੌਲੀਆਂ ਇੱਦਾਂ ਦੀ ਵੀ ਬ੍ਰੈਸਟ 'ਚ ਹੁੰਦੀਆਂ ਜਿਹਨੂੰ ਫਾਈਬਰੋਐਡਨੋਮਾ ਕਹਿੰਦੇ ਆ, ਸਿੰਪਲ ਗੱਠ ਹੁੰਦੀ ਹੈ, ਉਸ 'ਚ ਕੋਈ ਘਬਰਾਉਣ ਦੀ ਗੱਲ ਨਹੀਂ ਹੁੰਦੀ। ਤਾਂ ਜਦ ਵੀ ਆਪਾਂ ਨੂੰ ਕੋਈ ਰਸੌਲੀ ਮਿਲੇ ਉਹਦੀ ਮੈਮੋਗ੍ਰਾਫੀ ਜ਼ਰੂਰ ਕਰਾਉਣੀ ਚਾਹੀਦੀ ਹੈ ਔਰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਹੈ। ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਔਰ ਬ੍ਰੈਸਟ ਨੂੰ ਰੈਗੂਲਰਲੀ ਚੈੱਕਅਪ ਕਰਨਾ ਚਾਹੀਦਾ ਆਪਣੇ ਆਪ ਹੀ, ਔਰ ਸਾਲ 'ਚ ਇੱਕ ਵਾਰ ਡਾਕਟਰ ਤੋਂ ਵੀ ਚੈੱਕਅਪ ਕਰਾ ਲੈਣਾ ਚਾਹੀਦਾ ਹੈ। ਔਰ ਜਿਹੜਾ ਯੂਟਰਸ ਵਾਸਤੇ ਮੈਂ ਤੁਹਾਨੂੰ ਦੱਸ ਰਹੀ ਹਾਂ, ਯੂਟਰਸ ਦੇ ਕੈਂਸਰ ਲਈ ਸਰਵਾਈਕਲ ਕੈਂਸਰ ਜਿਹੜਾ ਆਪਾਂ ਪੈਪ ਸਮੀਅਰ ਕਰਦੇ ਹਾਂ, ਲਿਕੁਇਡ ਬੇਸ ਸਾਈਟੋਲੋਜੀ ਕਰਦੇ ਹਾਂ, ਉਹਦੇ 'ਚ ਕੁਛ ਨਹੀਂ ਹੈਗਾ, ਬਹੁਤ ਪੇਨਲੈਸ ਟੈਸਟ ਹੈਗਾ। ਸਿਰਫ ਨੀਚੋਂ ਆਪਾਂ ਯੂਟਰਸ ਦੇ ਮੂੰਹ ਦਾ ਪਾਣੀ ਲੈ ਲੈਂਦੇ ਹਾਂ ਔਰ 10 ਸਾਲ ਪਹਿਲਾਂ ਆਪਾਂ ਨੂੰ ਡਿਟੈਕਸ਼ਨ ਪਤਾ ਲੱਗ ਜਾਂਦੀ ਹੈ ਕਿ ਅੱਗੇ ਚੱਲ ਕੇ ਇਹਦਾ ਕੈਂਸਰ ਤਾਂ ਨਹੀਂ ਬਣੇਗਾ। ਇਹ ਦੋ ਚੀਜ਼ਾਂ ਜ਼ਰੂਰ ਲੇਡੀ ਨੂੰ ਕਰਾ ਲੈਣੀਆਂ ਚਾਹੀਦੀਆਂ। ਅੱਛਾ ਡਾਕਟਰ ਸਾਹਿਬ, ਕੈਂਸਰ ਦਾ ਨਾਮ ਹੀ ਸੁਣਦੇ ਆ ਇੱਕ ਡਰ, ਇੱਕ ਸਹਿਮ ਜਿਹੜਾ ਹੈ ਮਨ ਦੇ ਵਿੱਚ ਆ ਜਾਂਦਾ ਹੈ ਨਾ, ਸੋ ਇਹ ਕਿੰਨਾ ਕੁ ਘਾਤਕ ਹੋ ਸਕਦਾ ਇੱਕ ਔਰਤ ਲਈ? ਅਗਰ ਦੇਖੋ, ਕੈਂਸਰ ਇੱਦਾਂ ਦੀ ਪ੍ਰੋਬਲਮ ਹੈ, ਸਪੈਸ਼ਲੀ ਬ੍ਰੈਸਟ ਔਰ ਸਰਵਿਕਸ ਦਾ ਜਿਹੜਾ ਕੈਂਸਰ ਹੁੰਦਾ ਹੈ, ਜਲਦੀ ਪਤਾ ਨਹੀਂ ਲੱਗਦਾ, ਪੇਨਲੈਸ ਹੁੰਦਾ ਹੈ। ਤਾਂ ਇਸ ਕਰਕੇ ਜਦ ਸਿਮਟਮ ਸ਼ੁਰੂ ਹੋ ਗਿਆ, ਜਿੱਦਾਂ ਕਿ ਕੋਈ ਬਲੀਡਿੰਗ ਆ ਗਈ ਇਰੈਗੂਲਰ ਜਾਂ ਪੋਸਟ ਮੀਨੋਪੌਜ਼ਲ ਬਲੀਡਿੰਗ ਹੋ ਗਈ ਲੇਡੀ ਨੂੰ, ਇਹ ਤੋਂ ਬਾਅਦ ਤਾਂ ਜਦ ਆਪਾਂ ਟੈਸਟ ਕਰਦੇ ਹਾਂ ਯੂਜੂਅਲੀ 3rd ਸਟੇਜ 'ਚ ਪਹੁੰਚ ਚੁੱਕਿਆ ਹੁੰਦਾ ਹੈ। ਤੇ ਇਸ ਕਰਕੇ ਬਿਫੋਰ ਦ ਸਿਮਟਮਸ ਆਪਾਂ ਨੂੰ ਇਹਦੀ ਸਕਰੀਨਿੰਗ ਕਰਾ ਲੈਣੀ ਚਾਹੀਦੀ ਹੈ, ਜਿਹਦੇ ਨਾਲ ਕਿ ਤਕਲੀਫ ਹੋਣ ਤੋਂ ਪਹਿਲਾਂ ਆਪਾਂ ਉਹਨੂੰ ਟਰੀਟੇਬਲ ਟਾਈਮ 'ਚ ਡਿਟੈਕਟ ਕਰ ਲਈਏ, ਉਹਦਾ ਟਰੀਟਮੈਂਟ ਹੋ ਸਕੇ। ਇੱਕ ਵਾਰ ਉਹਦੀ ਸਿੰਪਟਮ ਆ ਗਏ, ਤਕਲੀਫ ਸ਼ੁਰੂ ਹੋ ਗਈ, ਫਿਰ ਉਹਦਾ ਟਰੀਟਮੈਂਟ ਤੋਂ ਬਿਯੋਂਡ ਚਲਾ ਜਾਂਦਾ ਹੈ, ਫਿਰ ਸਿਰਫ ਪੈਲੀਏਟਿਵ ਟਰੀਟਮੈਂਟ ਹੀ ਹੁੰਦਾ ਹੈ। ਔਰ ਬ੍ਰੈਸਟ ਦਾ ਵੀ ਇਸੇ ਤਰ੍ਹਾਂ ਹੈਗਾ, ਅਗਰ ਆਪਾਂ ਪਹਿਲਾਂ ਉਹਨੂੰ ਡਿਟੈਕਟ ਕਰ ਲਾਂਗੇ ਤਾਂ ਆਪਰੇਸ਼ਨ ਨਾਲ ਉਹ ਠੀਕ ਹੋ ਜਾਏਗਾ, ਨਹੀਂ ਤਾਂ ਫਿਰ ਰੇਡੀਓ ਕੀਮੋ ਹੀ ਲੱਗੇਗੀ। ਉਹ ਫਿਰ ਕਿਊਰੇਟਿਵ ਨਹੀਂ ਹੁੰਦਾ, ਉਹ ਸਿਰਫ ਲਾਈਫ ਨੂੰ ਥੋੜਾ ਪ੍ਰੋਲੋਂਗ ਕਰੇਗਾ, ਬਟ ਕੈਂਸਰ ਤੋਂ ਤੁਹਾਨੂੰ ਪੂਰੀ ਤਰ੍ਹਾਂ ਟਰੀਟ ਨਹੀਂ ਕਰ ਪਾਏਗਾ। ਅੱਛਾ ਡਾਕਟਰ ਸਾਹਿਬ, ਇਰੈਗੂਲਰ ਪੀਰੀਅਡਸ ਦੀ ਗੱਲ ਹੋ ਰਹੀ ਹੈ, ਹੈਵੀ ਬਲੀਡਿੰਗ ਦੀ ਵੀ ਗੱਲ ਹੋਈ ਹੈ, ਸੋ ਬਹੁਤ ਆਮ ਹੈ ਇਰੈਗੂਲਰ ਪੀਰੀਅਡਸ ਜੋ ਟੀਨੇਜ ਦੇ ਵਿੱਚ ਵੀ ਆਪਾਂ ਦੇਖਦੇ ਹਾਂ, ਹੈ ਨਾ। ਸੋ ਇਰੈਗੂਲਰ ਪੀਰੀਅਡਸ ਦੇ ਕੀ ਕਾਰਨ ਹੋ ਸਕਦੇ ਨੇ? ਦੇਖੋ, ਇਹ ਟੀਨੇਜ 'ਚ ਅਸੀਂ ਇਹਨੂੰ ਇਰੈਗੂਲਰ ਪੀਰੀਅਡਸ ਨੂੰ ਯੂਜੂਅਲੀ ਐਡੋਲੈਸੈਂਟ DUB ਕਹਿੰਦੇ ਆ, ਡਿਸਫੰਕਸ਼ਨਲ ਯੂਟਰਾਈਨ ਬਲੀਡਿੰਗ। ਇਹ ਜ਼ਿਆਦਾਤਰ ਜੋ ਅੱਜ ਕੱਲ੍ਹ ਅਸੀਂ ਟੀਨੇਜਰਸ ਨੂੰ ਦੇਖ ਰਹੇ ਹਾਂ, ਉਹਨਾਂ 'ਚ ਬਹੁਤ ਜ਼ਿਆਦਾ ਕਾਮਨ ਹੋ ਰਿਹਾ ਹੈ। ਇਸ ਹਾਰਮੋਨਲ ਇੰਬੈਲੈਂਸ ਕਰਕੇ ਹੋ ਰਿਹਾ ਹੈ ਜ਼ਿਆਦਾਤਰ। ਜੋ ਮੈਨੂੰ ਲੱਗਦਾ ਹੈ ਕਿ ਆਪਾਂ ਜੋ ਡਾਈਟ ਲੈ ਰਹੇ ਹਾਂ ਹੁਣ ਬੱਚੇ, ਇਹਦੇ 'ਚ ਹਾਰਮੋਨ ਡਿਸਰਪਟਰਸ ਹੁੰਦੇ ਆ, ਜਿਹੜੇ ਆਪਾਂ ਪ੍ਰੀਜ਼ਰਵਡ ਫੂਡ ਖਾ ਰਹੇ ਹਾਂ, ਉਹਦੇ 'ਚ ਉਹਨਾਂ ਦੇ ਹਾਰਮੋਨ ਦਾ ਬੈਲੈਂਸ ਇੱਦਾਂ ਦਾ ਹੋ ਜਾਂਦਾ ਕਿ ਮੇਲ ਹਾਰਮੋਨ ਜ਼ਿਆਦਾ ਹੋ ਜਾਂਦੇ ਆ। ਉਹਦੇ ਨਾਲ ਜੋ ਹੁੰਦਾ ਹੈ ਕਿ ਉਹਨਾਂ ਦੀ ਐਗ ਦੀ ਫਾਰਮੇਸ਼ਨ ਪ੍ਰੋਪਰ ਨਹੀਂ ਹੁੰਦੀ, ਜਿਹੜੀ ਹਰ ਮੰਥ ਹੁੰਦੀ ਹੈ। ਉਹਦੇ ਨਾਲ ਉਹਨਾਂ ਦਾ ਸਾਈਕਲ ਸਾਰਾ ਇਰੈਗੂਲਰ ਹੋ ਜਾਂਦਾ ਹੈ, ਲੇਟ ਹੋ ਜਾਂਦਾ ਹੈ। ਉਹਦੇ ਨਾਲ ਉਹਨਾਂ ਨੂੰ ਮੋਟਾਪਾ ਹੋਣਾ ਸ਼ੁਰੂ ਹੋ ਜਾਂਦਾ ਹੈ, ਮੂੰਹ 'ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹੈ, ਸਾਰੀ ਪ੍ਰੋਬਲਮਸ ਜੋ ਹੁੰਦੀਆਂ, ਔਰ ਪੀਰੀਅਡਸ ਬਹੁਤ ਲੇਟ ਹੋ ਕੇ ਔਰ ਜਦੋਂ ਆਉਂਦੇ ਆ ਬਹੁਤ ਹੈਵੀ ਆਉਂਦੇ ਆ। ਤਾਂ ਇਸ ਚੀਜ਼ ਨੂੰ ਇਨੀਸ਼ੀਅਲ ਸਟੇਜਸ 'ਚ ਆਪਾਂ ਟਰੀਟ ਕਰ ਲੈਂਦੇ ਆ ਤਾਂ ਬੱਚੇ ਨੂੰ ਅੱਗੇ ਚੱਲ ਕੇ ਪ੍ਰੋਬਲਮ ਨਹੀਂ ਆਉਂਦੀ ਆਫਟਰ ਮੈਰਿਜ ਕਨਸੀਵ ਕਰਨ 'ਚ। ਨਹੀਂ ਤਾਂ ਫਿਰ ਉਹ ਪ੍ਰੋਬਲਮ ਵੱਧ ਜਾਂਦੀ ਹੈ ਤਾਂ ਉਹਦਾ ਹੱਲ ਫਿਰ ਪਰਮਾਨੈਂਟ ਨਹੀਂ ਹੋ ਪਾਉਂਦਾ। ਅੱਛਾ, ਇਰੈਗੂਲਰ ਪੀਰੀਅਡਸ ਵੀ ਤੁਹਾਨੂੰ ਨਾ ਕਨਸੀਵ ਕਰਨ ਵੱਲ ਤੋਰਦਾ, ਮਤਲਬ ਕਿ ਜਦੋਂ ਤੁਸੀਂ ਸੋ ਜੇਕਰ ਤੁਹਾਨੂੰ ਇਰੈਗੂਲਰ ਪੀਰੀਅਡਸ ਆਉਂਦੇ ਨੇ ਤਾਂ ਮਤਲਬ ਕਿ ਤੁਸੀਂ ਉੱਥੇ ਤੁਹਾਨੂੰ ਫਿਊਚਰ 'ਚ ਕਨਸੀਵ ਕਰਨ 'ਚ ਪ੍ਰੋਬਲਮ ਆ ਸਕਦੀ ਹੈ। ਬਿਲਕੁਲ ਬਿਲਕੁਲ, ਇਹ ਫਸਟ ਸਿੰਪਟਮ ਹੈਗਾ ਜਿਹੜਾ ਕਿ ਇਹਨੂੰ ਸ਼ੋ ਕਰਦਾ ਕਿ ਫਰਟੀਲਿਟੀ ਤੁਹਾਡੀ ਡਾਊਨ ਜਾ ਰਹੀ ਹੈ। ਅਗਰ ਸਾਡੇ ਪੀਰੀਅਡਸ ਰੈਗੂਲਰ ਹੈ, ਇਟ ਮੀਨਸ ਆਪਾਂ ਫਰਟਾਈਲ ਹੈ, ਮਤਲਬ ਅੱਗੇ ਚੱਲ ਕੇ ਪ੍ਰੈਗਨੈਂਟ ਹੋਣ 'ਚ ਪ੍ਰੋਬਲਮ ਨਹੀਂ ਆਏਗੀ। ਸਭ ਤੋਂ ਪਹਿਲਾ ਸਿੰਪਟਮ ਬੱਚੇ ਨੂੰ ਇਹੀ ਹੋਏਗਾ ਕਿ ਉਹਦੇ ਪੀਰੀਅਡ ਰੁਕਣੇ ਸ਼ੁਰੂ ਹੋ ਜਾਣਗੇ, ਜਾਂ ਜਦੋਂ ਆਉਣਗੇ ਤਾਂ ਥੋੜ੍ਹੇ ਆਉਣਗੇ ਜਾਂ ਇਰੈਗੂਲਰ ਹੋ ਜਾਣਗੇ। ਤਾਂ ਇਸ ਚੀਜ਼ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਫਸਟ 1 ਈਅਰ ਤੱਕ ਅਸੀਂ ਨਹੀਂ ਮੈਡੀਸਨ ਦਿੰਦੇ ਆਫਟਰ ਸਟਾਰਟਿੰਗ ਦਾ ਮਿਨਾਰਕੀ। ਇੱਕ ਵਾਰ ਪੀਰੀਅਡ ਸ਼ੁਰੂ ਹੋ ਗਏ, 1 ਸਾਲ ਤੱਕ ਇਹਨੂੰ ਟਾਈਮ ਲੱਗਦਾ ਹੈ ਰੈਗੂਲਰ ਹੋਣ 'ਚ। ਉਸ ਤੋਂ ਬਾਅਦ ਅਗਰ ਇਰੈਗੂਲਰ ਹੋ ਰਹੇ ਹੈ ਤਾਂ ਸਾਨੂੰ ਉਹਨੂੰ ਡੈਫੀਨੇਟਲੀ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ। ਸੋ ਡਾਕਟਰ ਸਾਹਿਬ, ਅਨੀਮੀਆ ਬਹੁਤ ਆਮ ਆ ਲੇਡੀਜ਼ ਦੇ ਵਿੱਚ, ਸੋ ਅਨੀਮੀਆ ਕਿਉਂ ਹੋ ਜਾਂਦਾ, ਕੀ ਸਿੰਪਟਮਸ ਇਹਦੇ ਹੁੰਦੇ ਨੇ ਔਰ ਕਿਵੇਂ ਇਹ ਟਰੀਟ ਕੀਤਾ ਜਾ ਸਕਦਾ? ਦੇਖੋ, ਅਨੀਮੀਆ ਦੇ ਬਹੁਤ ਹੀ ਵੇਗ ਸਿੰਪਟਮਸ ਹੁੰਦੇ ਆ। ਜ਼ਿਆਦਾਤਰ ਪੇਸ਼ੈਂਟ ਨੂੰ ਲੱਗਦਾ ਹੈ ਕਿ ਕੁਝ ਕੰਮ ਨਹੀਂ ਕਰਨ ਦਾ ਦਿਲ ਕਰ ਰਿਹਾ, ਥਕਾਵਟ ਹੋ ਰਹੀ ਹੈ ਔਰ ਬੋਡੀ ਪੇਨਸ ਹੁੰਦੇ ਹੈਗੇ ਹੈ, ਔਰ ਚੱਲਣ ਫਿਰਨ 'ਚ ਉਹਨੂੰ ਸਾਹ ਚੜ੍ਹਦਾ ਹੈ, ਪੌੜੀਆਂ ਚੜ੍ਹਨ 'ਚ ਸਾਹ ਚੜ੍ਹਦਾ ਹੈ। ਇਹ ਸਭ ਤੋਂ ਜ਼ਿਆਦਾ ਕਾਮਨ ਹੈਗਾ ਅਨੀਮੀਆ 'ਚ। ਤਾਂ ਜਦੋਂ ਲੇਡੀ ਨੂੰ ਇਹ ਪ੍ਰੋਬਲਮ ਹੁੰਦੀ ਹੈ, ਉਹਨੂੰ ਬਲੱਡ ਚੈੱਕ ਕਰਕੇ ਅਗਰ HB ਲੈਵਲ ਜ਼ਿਆਦਾਤਰ ਸਾਡੀ ਇੰਡੀਅਨ ਵੂਮਨ 'ਚ ਇਸ ਕਰਕੇ ਘੱਟ ਹੈ HB, ਕਿਉਂਕਿ ਅਸੀਂ ਡਾਈਟ ਜਿਹੜੀ ਹੈਗੀ ਨਾ, ਇੰਡੀਅਨ ਵੂਮਨ ਸਭ ਤੋਂ ਲਾਸਟ 'ਚ ਆਪਣਾ ਖਾਣਾ ਖਾਂਦੀ ਹੈ
ਔਰ ਉਹ ਖਾਣਾ ਇੰਨਾ ਕੁ ਜ਼ਿਆਦਾ ਉਹ ਪ੍ਰੋਟੀਨ ਰਿਚ ਨਹੀਂ ਹੁੰਦਾ, ਉਹਦੇ 'ਚ ਆਇਰਨ ਵੀ ਘੱਟ ਹੁੰਦਾ ਹੈ, ਉਹਦੀ ਕੁਆਲਿਟੀ ਨਹੀਂ ਇੰਨੀ ਅੱਛੀ ਹੁੰਦੀ, ਕਾਰਬੋਹਾਈਡਰੇਟਸ ਔਰ ਫੈਟ ਜ਼ਿਆਦਾ ਹੁੰਦਾ ਸਾਡੀ ਡਾਈਟ 'ਚ। ਇਸ ਕਰਕੇ ਬਲੱਡ ਫਾਲ ਕਰ ਜਾਂਦਾ ਹੈ, HB ਫਾਲ ਕਰ ਜਾਂਦਾ ਹੈ, ਜਿਹਦੇ ਕਰਕੇ ਜਿਹੜੀ ਸਪਲਾਈ ਆ ਪੂਰੀ ਜਿਹੜੀ ਬੋਡੀ ਸਾਡੀ ਚੱਲਦੀ ਹੈ ਬਲੱਡ ਨਾਲ ਚੱਲਦੀ ਹੈ। ਅਗਰ ਆਪਾਂ ਦਾ ਬਲੱਡ ਲੈਵਲ ਘੱਟ ਹੋਏਗਾ ਤਾਂ ਆਪਾਂ ਨੂੰ ਡੈਫੀਨੇਟਲੀ ਟਾਇਰਡਨੈਸ ਫੀਲ ਹੋਏਗੀ, ਖਾਣ ਪੀਣ ਦਾ ਦਿਲ ਨਹੀਂ ਕਰੇਗਾ, ਭੁੱਖ ਘੱਟ ਲੱਗੇਗੀ ਔਰ ਵੀਕਨੈਸ ਫੀਲ ਹੋਏਗੀ। ਇਹ ਜਨਰਲਾਈਜ਼ ਸਿੰਪਟਮ ਹੈਗਾ। ਇਹਦਾ ਬਹੁਤ ਸਿੰਪਲ ਟ੍ਰੀਟਮੈਂਟ ਹੈਗਾ ਕਿ ਇੱਕ ਤਾਂ ਡੀਵਰਮੀਫਾਈ, ਆਪਾਂ ਵਰਮਸ ਦੀ ਦਵਾਈ ਦਿੰਦੇ ਆ ਪਹਿਲਾਂ ਪੇਸ਼ੈਂਟ ਨੂੰ, ਕਿਉਂਕਿ ਜ਼ਿਆਦਾਤਰ ਇੰਡੀਅਨ 'ਚ ਵਰਮਸ ਕਰਕੇ ਅਨੀਮੀਆ ਹੋ ਜਾਂਦਾ ਹੈ, ਔਰ ਉਹ ਦੇ ਕੇ ਫਿਰ ਆਇਰਨ ਦੇ ਦਿਓ ਔਰ B ਕੰਪਲੈਕਸ ਦੇ ਦਿਓ ਤਾਂ ਪੇਸ਼ੈਂਟ ਕਾਫੀ ਹੱਦ ਤੱਕ ਬਹੁਤ ਇੰਪਰੂਵ ਕਰ ਜਾਂਦਾ ਹੈ ਜੀ। ਅੱਛਾ ਡਾਕਟਰ ਸਾਹਿਬ, ਡਿਸਚਾਰਜ ਦੀ ਵੀ ਗੱਲ ਕਰ ਲੈਂਦੇ ਕਿ ਵਾਰੀ ਬਰਾਊਨ ਡਿਸਚਾਰਜ, ਵਾਈਟ ਡਿਸਚਾਰਜ ਜਿਹੜਾ ਹੈ ਲੇਡੀਜ਼ ਨੂੰ ਆਉਂਦਾ, ਪਰ ਲੇਡੀਜ਼ ਇਹਨੂੰ ਕਾਮਨਲੀ ਲੈ ਲੈਂਦੀਆਂ ਕਿ ਸਾਨੂੰ ਇਹਨੂੰ ਦਿਖਾਉਣ ਦੀ ਲੋੜ ਨਹੀਂ, 1-2 ਦਿਨ ਹੋਏਗਾ ਉਸ ਤੋਂ ਬਾਅਦ ਹਟ ਜਾਏਗਾ। ਸੋ ਕੀ ਇਹਦੇ ਵਿੱਚ ਵੀ ਕੋਈ ਡਰਨ ਵਾਲੀ ਗੱਲ ਹੁੰਦੀ ਹੈ? ਹਾਂਜੀ, ਅਗਰ ਜੋ ਡਿਸਚਾਰਜ ਅਗਰ ਇਨਫੈਕਟਿਵ ਹੈਗਾ, ਫਾਊਲ ਸਮੈਲ ਉਹਦੇ 'ਚ ਸਮੈਲ ਆ ਰਹੀ ਹੈ ਔਰ ਇਚਿੰਗ ਹੈਗੀ, ਇਟ ਮੀਨਸ ਉਹਨੂੰ ਇਨਫੈਕਸ਼ਨ ਹੈਗੀ ਵਜਾਈਨਾ ਦੀ ਔਰ ਅੰਦਰ ਸਰਵਿਕਸ ਦੀ, ਤਾਂ ਉਹਦਾ ਆਪਾਂ ਟ੍ਰੀਟਮੈਂਟ ਅਗਰ ਨਹੀਂ ਕਰਾਉਂਦੇ ਤਾਂ ਉਹ ਇਨਫੈਕਸ਼ਨ ਉੱਪਰ ਜਾ ਕੇ ਯੂਟਰਸ ਦੇ ਥਰੂ ਜਾ ਕੇ ਟਿਊਬਾਂ 'ਚ ਜਾ ਸਕਦੀ ਹੈ ਔਰ ਟਿਊਬਾਂ ਬਲੌਕ ਕਰ ਸਕਦੀ ਹੈ। ਹਰ ਐਪੀਸੋਡ ਜੋ ਡਿਸਚਾਰਜ ਦਾ ਇਨਫੈਕਸ਼ਨ ਦਾ ਹੁੰਦਾ ਹੈ ਉਹ 10% ਚਾਂਸਸ ਹੈ ਕਿ ਤੁਹਾਡੀ ਟਿਊਬਾਂ ਬਲੌਕ ਕਰ ਸਕਦਾ ਹੈ। ਤਾਂ ਜਦ ਵੀ ਤੁਹਾਨੂੰ ਇਨਫੈਕਸ਼ਨ ਹੋਵੇ, ਕੋਈ ਵੀ ਗੰਦਾ ਪਾਣੀ ਪਵੇ, ਉਹਦਾ ਟ੍ਰੀਟਮੈਂਟ ਲੈ ਲੈਣਾ ਚਾਹੀਦਾ। ਉਹਨੂੰ ਕਦੇ ਵੀ ਆਪਣੀ ਦੇਸੀ ਇਲਾਜ ਨਾਲ ਉਹ ਪੇਸ਼ੈਂਟਸ ਕਰਦੇ ਰਹਿੰਦੇ ਹੈ, ਡਿਟੋਲ ਨਾਲ ਕਰ ਲਿਆ, ਉਹਦੇ ਨਾਲ ਕੁਛ ਨਹੀਂ ਹੁੰਦਾ। ਸਾਨੂੰ ਪ੍ਰੋਪਰ ਉਹਦਾ ਕੀਟਾਣੂ ਦਾ ਇਨਫੈਕਸ਼ਨ ਦਾ ਟ੍ਰੀਟਮੈਂਟ ਲੈਣਾ ਚਾਹੀਦਾ ਹੈ, ਉਹਦੇ ਨਾਲ ਹੀ ਉਹ ਕਿਉਰ ਹੁੰਦਾ। ਨਹੀਂ ਤਾਂ ਅੱਗੇ ਚੱਲ ਕੇ ਉਹਦੇ ਰਿਜ਼ਲਟਸ ਬਹੁਤ ਕੌਨਸੀਕੁਐਂਸਿਸ ਬਹੁਤ ਭਿਆਨਕ ਹੁੰਦੇ ਹੈ ਕਿ ਬੱਚਾ ਬਿਲਕੁਲ ਇਨਫਰਟਾਈਲ ਹੋ ਜਾਂਦੀ ਹੈ, ਬੱਚਾ ਨਹੀਂ ਹੁੰਦਾ, ਟਿਊਬਸ ਬਲੌਕ ਹੋ ਗਈਆਂ ਤਾਂ ਉਹਦਾ ਬਹੁਤ ਮੁਸ਼ਕਿਲ ਹੱਲ ਹੁੰਦਾ ਕਿਉਂਕਿ ਟਿਊਬਸ ਬਹੁਤ ਡੈਲੀਕੇਟ ਹੁੰਦੀਆਂ। ਇਸ ਕਰਕੇ ਕਦੇ ਵੀ ਮਾਈਨਰ ਸਿੰਪਟਮਸ ਹੁੰਦੇ ਆ, ਉਹਦਾ ਮਾਈਨਰ ਟ੍ਰੀਟਮੈਂਟ 3-4 ਹਫ਼ਤੇ ਦੀ ਦਵਾਈ ਨਾਲ ਠੀਕ ਹੋ ਜਾਂਦਾ, ਉਹਨੂੰ ਕਦੇ ਇਗਨੋਰ ਨਹੀਂ ਕਰਨਾ ਚਾਹੀਦਾ। ਜੀ। ਅੱਛਾ ਡਾਕਟਰ ਸਾਹਿਬ, ਹੁਣ ਅੱਗੇ ਗੱਲ ਕਰ ਲੈਂਦੇ ਹਾਂ ਪ੍ਰੈਗਨੈਂਸੀ ਬਾਰੇ, ਹੈ ਨਾ। ਸੋ ਪ੍ਰੈਗਨੈਂਟ ਹੋ ਜਾਂਦੀ ਹੈ ਲੇਡੀ, ਪ੍ਰੈਗਨੈਂਸੀ ਦੇ ਵਿੱਚ ਖੂਨ ਘਟਣਾ ਸ਼ੁਰੂ ਹੋ ਜਾਂਦਾ, ਸੋ ਕਈ ਵਾਰੀ ਨੋਜ਼ੀਆ ਫੀਲਿੰਗ ਉਹਨੂੰ ਆਉਂਦੀ ਹੈ। ਸੋ ਇਹ ਸਾਰੇ ਤਰੀਕਿਆਂ ਦੇ ਨਾਲ ਲੇਡੀ ਨੂੰ ਕੀ ਹਾਰਮ ਪਹੁੰਚ ਸਕਦੇ ਨੇ, ਪ੍ਰੈਗਨੈਂਟ ਲੇਡੀ ਨੂੰ? ਦੇਖੋ, ਫਸਟ 3 ਮੰਥਸ 'ਚ ਨੋਜ਼ੀਆ ਹੋਣਾ ਇੱਕ ਨੋਰਮਲ ਨੈਚੁਰਲ ਚੀਜ਼ ਹੈਗੀ, ਜਿਹੜੀ ਕਿ ਪ੍ਰੈਗਨੈਂਟ ਹਾਰਮੋਨਸ HCG ਕਰਕੇ ਜੋ ਹਾਰਮੋਨ ਨਿਕਲਦਾ ਪਲੈਸੈਂਟਾ ਤੋਂ, ਉਹਦੇ ਕਰਕੇ ਨੋਜ਼ੀਆ ਹੁੰਦਾ ਹੈ। ਤਾਂ ਇਟ ਇਜ਼ ਆਪਾਂ ਤਾਂ ਸਾਨੂੰ ਕਹਿੰਦੇ ਆ ਪੇਸ਼ੈਂਟ ਨੂੰ ਕਿ ਇੱਕ ਸਾਈਨ ਹੈ ਕਿ ਤੁਹਾਡੀ ਹੈਲਦੀ ਹੈ ਪ੍ਰੈਗਨੈਂਸੀ, ਇਹਨੂੰ ਨੈਗੇਟਿਵਲੀ ਨਹੀਂ ਪਹਿਲਾਂ ਲੈਣਾ ਚਾਹੀਦਾ। ਦੂਸਰੀ ਗੱਲ ਹੈ, ਅਗਰ ਨੋਜ਼ੀਆ ਹੋ ਰਿਹਾ ਤਾਂ ਆਪਾਂ ਨੂੰ ਜ਼ਿਆਦਾਤਰ ਨੈਚੁਰਲ ਨੁਸਖੇ ਉਹਨਾਂ ਨੂੰ ਪ੍ਰਿਸਕ੍ਰਾਈਬ ਕਰਦੇ ਆ, ਬਹੁਤੀ ਮੈਡੀਸਨ ਨਹੀਂ ਦਿੰਦੇ। ਤਾਂ ਉਹਦੇ 'ਚ ਇਹ ਹੈਗਾ ਕਿ ਸਮੌਲ ਫਰੀਕੁਐਂਟ ਮੀਲਸ ਥੋੜ੍ਹਾ ਕਰਕੇ ਬਾਰ-ਬਾਰ ਖਾਣਾ ਹੁੰਦਾ ਹੈ। ਫਾਸਟ ਫੂਡ ਬਿਲਕੁਲ ਅਵੋਇਡ ਕਰਨਾ ਚਾਹੀਦਾ ਹੈ, ਹੈਵੀ ਚੀਜ਼ਾਂ, ਸਪਾਈਸੀ ਚੀਜ਼ਾਂ, ਆਇਲੀ ਚੀਜ਼ਾਂ ਨੂੰ ਨਹੀਂ ਖਾਣਾ ਚਾਹੀਦਾ। ਫਰੂਟਸ, ਵੈਜੀਟੇਬਲ, ਸੈਲਡ, ਨਿੰਬੂ ਪਾਣੀ, ਛਾਛ, ਠੀਕ ਹੈ, ਇਹ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ। ਜੂਸ, ਜ਼ਿਆਦਾਤਰ ਲੋਕ ਜੂਸ 'ਤੇ ਜ਼ਿਆਦਾ ਜ਼ੋਰ ਦਿੰਦੇ ਆ, ਉਹ ਮੈਂ ਬਿਲਕੁਲ ਐਡਵਾਈਜ਼ ਨਹੀਂ ਕਰਦੀ ਕਿਉਂਕਿ ਉਹਦੇ ਨਾਲ ਜ਼ਿਆਦਾ ਗੈਸ ਬਣਦੀ ਹੈ। ਉਹਦੇ ਨਾਲ ਉਹ ਨੈਚੁਰਲ ਫੂਡ ਐਜ਼ ਸੱਚ ਹੋਲ ਫੂਡ ਖਾਏਗੀ, ਫਰੂਟ ਖਾਏਗੀ, ਤਾਂ ਉਹਦੇ ਨਾਲ ਉਹਦੀ ਕਬਜ਼ ਵੀ ਨਹੀਂ ਹੁੰਦੀ। ਤਾਂ ਔਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੁੰਦਾ ਹੈ, ਨਹੀਂ ਕੁਛ ਟੋਲਰੇਟ ਹੋ ਰਿਹਾ, ਤਾਂ ਉਹਨੂੰ ਮੈਡੀਕੇਸ਼ਨ ਦੀ ਲੋੜ ਹੈ। ਉਹ ਵੀ ਬਹੁਤ ਨੈਚੁਰਲ ਮੈਡੀਸਨ ਹੁੰਦੀ ਹੈ ਜਿਹੜੀ ਕਿ ਆਪਣੇ ਆਪ ਕਦੇ ਨਹੀਂ ਲੈਣੀ ਚਾਹੀਦੀ, ਡਾਕਟਰ ਤੋਂ ਪ੍ਰਿਸਕ੍ਰਾਈਬ ਕਰਾਉਣੀ ਚਾਹੀਦੀ ਹੈ ਕਿ ਕਿਹੜੀ ਸੇਫ ਹੈ। ਕਿਉਂਕਿ ਕਈ ਮੈਡੀਸਿਨਸ ਵੋਮਿਟਿੰਗਸ ਦੀਆਂ ਇੱਦਾਂ ਹੁੰਦੀਆਂ ਜਿਹੜੀ ਪ੍ਰੈਗਨੈਂਸੀ 'ਚ ਨਹੀਂ ਦੇਣੀਆਂ ਹੁੰਦੀਆਂ, ਤਾਂ ਉਹ ਥੋੜ੍ਹੀ ਜਿਹੀ ਲਾਈਟ ਮੈਡੀਸਨ ਦੇ ਕੇ ਉਹਨਾਂ ਦਾ ਨੈਚੁਰਲ ਪ੍ਰੋਸੈਸ ਕੰਟੀਨਿਊ ਹੋ ਸਕਦਾ ਹੈ। ਸੋ ਆਮ ਪ੍ਰੈਗਨੈਂਸੀ ਦੇ ਵਿੱਚ ਵੀ ਖੂਨ ਘਟਣ ਦੀਆਂ ਪ੍ਰੋਬਲਮਸ ਅਸੀਂ ਦੇਖਦੇ ਹਾਂ ਕਿ ਇਹ ਬੱਚੇ ਨੂੰ ਲੱਗਦਾ ਹੈ ਜਾਂ ਫਿਰ ਇਹਦਾ ਇਹ ਕਾਰਨ ਹੋ ਸਕਦੇ ਜਾਂ ਹੋਰ ਕਾਰਨ ਵੀ ਹੋ ਸਕਦੇ ਜਿਹੜਾ ਪ੍ਰੈਗਨੈਂਟ ਲੇਡੀਜ਼ ਵਿੱਚ ਖੂਨ ਘਟਣਾ ਸ਼ੁਰੂ ਹੋ ਜਾਂਦਾ? ਦੇਖੋ, ਪ੍ਰੈਗਨੈਂਟ ਲੇਡੀਜ਼ ਜਦ ਪ੍ਰੈਗਨੈਂਸੀ ਸਟਾਰਟ ਕਰਦੀਆਂ, ਇਹ ਸਾਡੇ ਦੇਸ਼ 'ਚ ਇੱਕ ਪ੍ਰੋਬਲਮ ਹੈਗੀ ਕਿ ਬਿਫੋਰ ਪਲੈਨਿੰਗ ਅ ਪ੍ਰੈਗਨੈਂਸੀ ਕਦੇ ਵੀ ਸਾਨੂੰ ਕੰਸਲਟ ਨਹੀਂ ਕੀਤਾ ਜਾਂਦਾ ਕਿ ਆਪਾਂ 3 ਮੰਥਸ ਪਹਿਲਾਂ ਡਾਕਟਰ ਨੂੰ ਕੰਸਲਟ ਕਰਕੇ ਆਪਣੇ ਟੈਸਟ ਕਰਾ ਲਈਏ ਕਿ ਮੇਰਾ ਵਿਟਾਮਿਨ D ਲੈਵਲ ਠੀਕ ਹੈ, HB ਠੀਕ ਹੈ, ਠੀਕ ਹੈ। ਔਰ ਇਹ ਚੀਜ਼ਾਂ ਆਪਾਂ ਕਨਫਰਮ ਕਰਕੇ ਹੀ ਫੋਲਿਕ ਐਸਿਡ ਲੈਵਲਸ ਹੁੰਦੇ ਹੈ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ ਬੱਚੇ ਦੀ ਡਿਵੈਲਪਮੈਂਟ 'ਚ, ਤਾਂ ਉਹ 3 ਮੰਥਸ ਪਹਿਲਾਂ ਤੋਂ ਆਪਾਂ ਨੂੰ ਲੈਵਲਸ ਚੈੱਕ ਕਰਾ ਕੇ, ਡਾਕਟਰੀ ਚੈੱਕਅਪ ਕਰਾ ਕੇ ਉਹਦੀ ਮੈਡੀਸਿਨਸ ਲੈ ਲੈਣੀ ਚਾਹੀਦੀਆਂ। ਅਤੇ ਇੱਕ ਵਾਰ ਆਪਾਂ ਪ੍ਰੈਗਨੈਂਸੀ ਜਦੋਂ ਸਟਾਰਟ ਕਰਦੇ ਹਾਂ ਔਰ ਪਹਿਲਾਂ ਹੀ HB ਸਾਡਾ 9-10 ਗ੍ਰਾਮ ਹੈ, ਤਾਂ ਜਦੋਂ ਬੇਬੀ ਡਿਵੈਲਪ ਹੁੰਦਾ ਉਹ ਬੱਚਾ ਇੱਕ ਪੈਰਾਸਾਈਟ ਹੈ, ਉਹ ਸਾਰਾ ਮਦਰ ਤੋਂ ਨਿਊਟਰੀਐਂਟਸ ਲੈ ਲੈਂਦਾ ਔਰ ਮਦਰ ਦਾ HB ਫਾਲ ਕਰ ਜਾਂਦਾ ਹੈ, ਜਿਹਦੇ ਕਰਕੇ ਮਿਡ ਪ੍ਰੈਗਨੈਂਸੀ 'ਚ ਖੂਨ ਵੀ ਥੋੜ੍ਹਾ ਪਤਲਾ ਹੋ ਜਾਂਦਾ ਹੈ ਪਿਛਲੇ ਦਿਨ, ਮਤਲਬ 6-7 ਮੰਥਸ 'ਚ। ਉਦੋਂ ਫਿਰ ਪ੍ਰੈਗਨੈਂਟ ਲੇਡੀ ਨੂੰ ਬਹੁਤ ਜ਼ਿਆਦਾ ਸਿੰਪਟਮਸ ਆਉਣੇ ਲੱਗ ਜਾਂਦੇ ਹੈ, ਤਾਂ ਫਿਰ ਮੈਡੀਸਨ ਕੱਲੀ ਖਾਣ ਵਾਲੀ ਗੋਲੀ ਨਾਲ ਨਹੀਂ, ਤਾਂ ਫਿਰ ਇੰਜੈਕਸ਼ਨਸ ਵੀ ਦੇਣੇ ਪੈ ਜਾਂਦੇ ਆਇਰਨ ਦੇ। ਤਾਂ ਇਸ ਚੀਜ਼ਾਂ 'ਤੇ ਜਿੰਨਾ ਅਸੀਂ ਕੰਪਲੀਕੇਟਡ ਟ੍ਰੀਟਮੈਂਟ ਕਰਦੇ ਹਾਂ ਉਹਦੀ ਕੰਪਲੀਕੇਸ਼ਨਸ ਵੀ ਜ਼ਿਆਦਾ ਹੁੰਦੀਆਂ, ਔਰ ਅਨੀਮਿਕ ਮਦਰ ਜਿਹੜੀ ਹੁੰਦੀ ਹੈ ਉਹਦਾ ਬੱਚਾ ਵੀ ਕੱਚਾ ਪੈਦਾ ਹੋ ਜਾਂਦਾ ਹੈ, ਪ੍ਰੀ ਮੈਚੋਰ ਹੋ ਜਾਂਦਾ ਹੈ, ਉਸ ਬੱਚੇ ਨੂੰ ਫਿਰ ਮਸ਼ੀਨ 'ਚ ਰੱਖਣਾ ਪੈਂਦਾ ਹੈ। ਇਹ ਸਾਰੀ ਪ੍ਰੋਬਲਮਸ ਇੱਕ ਸਿੰਪਲ ਆਇਰਨ ਘੱਟ ਹੋਣ ਕਰਕੇ, ਅਨੀਮੀਆ ਹੋਣ ਕਰਕੇ ਹੋ ਜਾਂਦਾ ਹੈਗਾ। ਅੱਛਾ ਡਾਕਟਰ ਸਾਹਿਬ, ਕਦੋਂ ਕੁ ਲੋੜ ਪੈਂਦੀ ਹੈ C ਸੈਕਸ਼ਨ ਦੀ?
ਜਾਂਦੀ, ਕਿਉਂਕਿ ਨਾਰਮਲੀ ਹੁਣ ਦੇਖਿਆ ਜਾਵੇ ਤਾਂ ਹਨਾ ਸਾਰੇ ਸਜੇਰੀਅਨ ਨੂੰ ਆਪਟ ਕਰਦੇ ਆ ਹਨਾ, ਵੀ ਕਹਿ ਲਓ ਵੀ ਪੇਨਸ ਨਹੀਂ ਬਰਦਾਸ਼ਤ ਹੁੰਦੀਆਂ, ਤੁਸੀਂ ਸਾਡਾ ਸਜੇਰੀਅਨ ਕਰ ਦਿਓ। ਸਜੇਰੀਅਨ ਇਜ਼ ਦ ਈਜ਼ੀਐਸਟ ਵੇ ਮੰਨਿਆ ਜਾਂਦਾ ਅੱਜ ਦੇ ਟਾਈਮ ਦੇ ਵਿੱਚ। ਸੋ ਕਦੋਂ ਡਾਕਟਰ ਨੂੰ ਲੱਗਦਾ ਹੈ ਕਿ ਹੁਣ ਸੀ ਸੈਕਸ਼ਨ ਦੀ ਲੋੜ ਹੈ ਰੈਦਰ ਦੈਨ ਨਾਰਮਲ ਡਿਲੀਵਰੀ? ਦੇਖੋ, ਕਦੇ ਵੀ ਪੇਸ਼ੈਂਟ ਡਿਮਾਂਡ ਤੇ ਸੀ ਸੈਕਸ਼ਨ ਕਦੇ ਵੀ ਨਹੀਂ ਅਸੀਂ ਐਡਵਾਈਸ ਕਰਦੇ ਪੇਸ਼ੈਂਟ ਨੂੰ। ਚਲੋ ਠੀਕ ਹੈ, ਉਸ ਟਾਈਮ ਤੇ ਪੇਨ ਇੰਨੀ ਕੁ ਹੁੰਦੀ ਹੈ ਕਿ ਹਰ ਪੇਸ਼ੈਂਟ ਸੋਚੇਗਾ ਕਿ ਮੈਂ ਰਿਲੀਵ ਹੋ ਜਾਵਾਂ, ਤਾਂ ਆਪਾਂ ਇੱਕ ਡਾਕਟਰ ਹੋਣ ਦੇ ਨਾਤੇ ਸਾਨੂੰ ਦੇਖਣਾ ਚਾਹੀਦਾ ਕਿ ਇਹਦੇ ਲਈ ਕੀ ਠੀਕ ਹੈ। ਕਿਉਂਕਿ ਫਸਟ ਡਿਲੀਵਰੀ ਅਗਰ ਨॉर्मल हो जाए तो हमेशा अगे लिए ठीक रहता हैगा, क्योंकि सी सैक्शन तो बाद अगे बहुत प्रॉब्लम्स पेशेंट फेस कर सकता है। असी उस सिचुएशन च ही सी सैक्शन करते हैं, या तो बच्चे की धड़कन घट गई या उन्हें अंदर पॉटी करती। अगर इस बच्चे ਨੂੰ ਅਸੀਂ टाइमली नहीं कड्डांगे और डिलीवरी च अजे टाइम पिया है तो उस बच्चे के ब्रेन च परमानेंट डैमेज हो सकता है। ये चीज़ पेशेंट ਨੂੰ भी समझनी चाहिए है कि एक इस कारण किया गया, उन्होंने एग्री करना चाहिए। कई पेशेंट जिद च आ जाते नहीं असी नॉर्मल ही कराना है, तो बच्चे के कॉस्ट से कोई भी काम नहीं है तो आपां नूं करना हुंदा। दूसरी एक सिचुएशन हुंदी है तो प्लेसेंटा नीचे है और वो ब्लीड कर रहा है और प्लेसेंटा फट गया, उत्थे जगह ही नहीं बच्चे नूं बाहर आउण दी, तो उस सिचुएशन च बच्चे नूं उपरों ही कढ़िया जाएगा मदर दी लाइफ नूं सेव करन लई और बच्चे नूं। तीसरा हुंदा है कदे कदे बच्चे दे सिर और पैल्विस दी जिहड़ी हड्डी है उन्हां च डिसप्रपोर्शन हुंदा है कि पैल्विस चों फिट ही नहीं हो सकदा सिर। तो और ऐसी सिचुएशन च अगर असीं दर्दां दवाई जावांगे तो पेशेंट ਨੂੰ डैमेज हो सकता है, यूट्रस भी रप्चर हो सकता है और बच्चा भी डैमेज हो सकता है। ऐसी सिचुएशन च उन्होंने उपरों ही कढ़ना पएगा। ये लाइफ थ्रैटनिंग सिचुएशनस हैगियां जिन्हां च आपां नूं डिसीजन ले लेना चाहिए और इस जो डॉक्टर एडवाइस करता है स्पैशलिस्ट उहदे अकॉर्डिंग चलना चाहिए, अपने हिसाब नाल नहीं चलना चाहिए कि मैं सोचा सी तो मैं वो करना है। ਡਾਕਟਰ ਸਾਹਿਬ ਇੱਕ ਸਵਾਲ ਹੋਰ ਹੈ, ਕਈ ਵਾਰੀ ਲੇਡੀਜ਼ ਪ੍ਰੈਗਨੈਂਸੀ ਨੂੰ ਰੋਕਣ ਦੇ ਲਈ ਪ੍ਰੈਗਨੈਂਸੀ ਰੋਕੋ ਕਿਟਸ ਖਾ ਲੈਂਦੀਆਂ ਨੇ ਜਾਂ ਫਿਰ ਕਨਸੀਵ ਕਰਨ ਤੋਂ ਬਾਅਦ ਅਬੋਰਸ਼ਨ ਕਿਟ ਖਾ ਲੈਂਦੀਆਂ ਨੇ, ਸੋ ਇਹ ਕਿੰਨੀਆਂ ਕੁ ਘਾਤਕ ਹੁੰਦੀਆਂ ਨੇ ਔਰ ਇੱਕ ਸਾਨੂੰ ਲੈਣੀਆਂ ਚਾਹੀਦੀਆਂ ਜਾਂ ਫਿਰ ਨਹੀਂ? देखो, एक हुंदी है प्रेगनेंसी ना होने लिए एमरजेंसी कॉन्ट्रासैप्टिव कि अनप्रोटेक्टेड सैक्सुअल इंटरकोर्स तो बाद अगर ਆਪਾਂ ਨੂੰ ਕਦੇ ਐਮਰਜੈਂਸੀ ਹਬੜਾ ਦਬੜੀ ਚ ਜਿਹਨੂੰ ਕਹਿੰਦੇ ਕਿ ਕੁੜੀਆਂ ਡਰ ਤੋਂ ਉਹ ਪਿਲ ਖਾ ਲੈਂਦੇ ਕਿ ਪ੍ਰੈਗਨੈਂਸੀ ਨਾ ਹੋਵੇ, ਤਾਂ ਉਹ ਵਾਂਸ ਇਨ ਅ ਵਾਈਲ ਸੇਫ ਹੈ। ਬਟ ਕਈ ਐਜ਼ ਅ ਰੈਗੂਲਰ ਫੀਚਰ ਉਹਨੂੰ ਖਾਣ ਲੱਗ ਜਾਂਦੀਆਂ ਕਿ ਸੈਕਸ ਕੀਤਾ ਔਰ ਬਾਅਦ ਚ ਪਿਲ ਖਾ ਲਈ, ਤਾਂ ਉਹਦੇ ਨਾਲ ਕੀ ਹੁੰਦਾ ਉਹਨਾਂ ਦਾ ਸਾਰਾ ਹਾਰਮੋਨਲ ਸਿਸਟਮ ਡਿਸਟਰਪਟ ਹੋ ਜਾਂਦਾ ਹੈ, ਗੜਬੜ ਹੋ ਜਾਂਦੀ ਹੈ, ਉਹਦੇ ਸਾਈਕਲ ਪੂਰਾ ਗੜਬੜ ਹੋ ਜਾਂਦੀ ਹੈ। ਫਿਰ ਉਹਨੂੰ 3 ਮਹੀਨੇ ਲੱਗ ਜਾਂਦੇ ਨੋਰਮਲਾਈਜ਼ ਕਰਨ 'ਚ ਔਰ ਉਹਦੇ 'ਚ ਹੈਵੀ ਹਾਰਮੋਨ ਡੋਜ਼ ਦੇਣੀ ਪੈਂਦੀ ਹੈ ਜਿਹਦਾ ਆਪਣਾ ਸਾਈਡ ਇਫੈਕਟ ਹੈ। ਦੂਸਰਾ ਮੈਂ ਇਹ ਅੱਜ ਕੱਲ੍ਹ ਬਹੁਤ ਕਾਮਨ ਹੈ ਕਿ ਪ੍ਰੈਗਨੈਂਟ ਹੋਣ ਤੋਂ ਬਾਅਦ ਐਬੋਰਸ਼ਨ ਕਿਟ ਖਾ ਲੈਂਦੀ ਹੈ। ਐਬੋਰਸ਼ਨ ਕਿਟ ਜਿਹੜੀ ਹੈਗੀ ਹੈ ਉਹਦਾ ਪੇਸ਼ੈਂਟ ਨੂੰ ਨੌਲੇਜ ਨਹੀਂ ਹੁੰਦੀ ਕਿ ਕਿੰਨੇ ਟਾਈਮ ਤੱਕ ਅਸੀਂ ਉਹਨੂੰ ਖਾ ਸਕਦੇ ਹਾਂ ਔਰ ਕਿੰਨੇ ਟਾਈਮ ਤੱਕ ਪ੍ਰੈਗਨੈਂਸੀ ਦਾ ਟਾਈਮ ਜ਼ਿਆਦਾ ਹੋ ਗਿਆ ਤਾਂ ਉਹਨੂੰ ਨਹੀਂ ਖਾਣੀ ਚਾਹੀਦੀ। ਕਈ ਵਾਰ ਪੇਸ਼ੈਂਟ ਸਾਡੇ ਕੋਲ ਬਹੁਤ ਸੀਰੀਅਸ ਆਉਂਦੇ ਹੈ ਕਿਟ ਖਾ ਕੇ ਕਿ ਸ਼ੌਪ ਤੋਂ ਲੈ ਕੇ ਖਾ ਲਈ, ਉਹਨਾਂ ਨੇ ਕੋਈ ਸਕੈਨ ਨਹੀਂ ਕਰਾਇਆ ਕਿ ਕਦੇ ਟਿਊਬ 'ਚ ਬੱਚਾ ਹੋ ਸਕਦਾ ਹੈ ਜਾਂ ਟਾਈਮ ਜ਼ਿਆਦਾ ਹੋ ਸਕਦਾ ਹੈ ਪ੍ਰੈਗਨੈਂਸੀ ਦਾ, ਤਾਂ ਅਗਰ ਟਾਈਮ ਜ਼ਿਆਦਾ ਹੈਗਾ ਤਾਂ ਪੇਸ਼ੈਂਟ ਕੈਨ ਬਲੀਡ ਟੂ ਡੈਥ, ਉਹਦੀ ਬਲੀਡ ਹੋ ਕੇ ਡੈਥ ਵੀ ਹੋ ਸਕਦੀ ਹੈ ਕਿਉਂਕਿ ਇੱਕ ਵਾਰ ਔਲ ਬਣ ਗਈ ਔਰ ਉਸ ਤੋਂ ਬਾਅਦ ਆਪਣਾ ਕਿਟ ਖਾ ਰਹੇ ਹੈ ਤਾਂ ਔਲ ਫਟ ਸਕਦੀ ਹੈ ਔਰ ਪੇਸ਼ੈਂਟ ਦਾ ਹੌਸਪੀਟਲ ਤੱਕ ਪਹੁੰਚਦੇ ਤੱਕ ਵੀ ਸੀਰੀਅਸ ਹੋ ਸਕਦੀ ਹੈ ਔਰ ਉਹਨੂੰ ਬਲੱਡ ਦੀ ਜ਼ਰੂਰਤ ਪਏਗੀ, ਫਿਰ ਅੱਗੇ ਪ੍ਰੋਸੀਜਰ ਕਰਨਾ ਪਏਗਾ, ਐਨਸਥੀਸੀਆ ਦੀ ਲੋੜ ਪਏਗੀ, ਸਾਰੀ ਕੰਪਲਿਕੇਸ਼ਨਸ ਇੱਕ ਛੋਟੀ ਜਿਹੀ ਗਲਤੀ ਤੋਂ ਹੋ ਸਕਦੀਆਂ। ਅਤੇ ਇਹ ਜਿਹੜੀ ਐਮਟੀ ਪਿਲ ਕਿਟ ਹੈਗੀ ਹੈ ਇਹਦਾ ਤਾਂ ਗਵਰਨਮੈਂਟ ਨੇ ਰੂਲ ਬਣਾਇਆ ਕਿ ਇਹਨੂੰ ਨਹੀਂ ਅਵੇਲੇਬਲ ਕਰਾਉਣਾ ਓਵਰ ਦ ਕਾਊਂਟਰ, ਬੈਂਡ ਹੈ। लेकिन इलीगली जी सप्लाई होंगी और इलीगली जोड़े खाते हैं वो अपनी लाइफ को रिस्क से पाते हैं। इनू हमेशा स्कैन तो बाद ही डॉक्टरी कंसल्ट करके ही खाना चाहिए है। अच्छा डॉक्टर साहब, ਔਰਤਾਂ ਨੂੰ ਆਪਣੀ ਸਿਹਤ ਦਾ ਕਿਵੇਂ ਜਿਹੜਾ ਖਿਆਲ ਰੱਖਣਾ ਚਾਹੀਦਾ, ਕੀ ਉਹਨਾਂ ਨੂੰ ਜ਼ਿਹਨ 'ਚ ਰੱਖਣਾ ਚਾਹੀਦਾ, ਦਿਲ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ, ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਕਿਹੋ ਜਿਹੀ ਡਾਈਟ ਜਿਹੜੀ ਹੈ ਉਹ ਇੱਕ ਲੇਡੀ ਨੂੰ ਲੈ ਲੈਣੀ ਚਾਹੀਦੀ ਹੈ? देखो, बहुत अच्छा क्वेश्चन पूछा। इस यही क्रस्ट है, अगर आप डाइट और एक्सरसाइज अच्छी कर लिए तो समझ लो कि अद्धे तो ज़्यादा काम ठीक हो गया। देखो, हर औरत नूं एक तो आपां नूं फ्रूट्स ज़्यादा खाने चाहिए हैं जिहड़े कि असी बहुत घट खाते हैं। असी जूस कैंड पी लेंदे हैं कि जस्ट सौखा काम हो गया, ठीक है। फ्रैश फ्रूट्स और सीजनल फ्रूट्स पर ज़्यादा जोर देना चाहिए है। ग्रीन लीफी वैजिटेबल्स खानियाँ चाहिए, सैलड खाना चाहिए है, नींबू पानी बार बार पीना चाहिए हैगा और आयरन रिच फूड होंगे हैं जिदा खजूर हो गए और डेट्स हो गए और थोड़ा ड्राई फ्रूट्स, नट्स, सारा कुछ इन बैलेंस खाना चाहिए है। ज़्यादातर मैं पंजाब से ये ट्रेंड देखा कि अच्छे रिच फूड घ्यो नूं मनते हैं कि देसी घ्यो खा लिया, पिन्नियाँ खा लियाँ, चीनी और उहदे च बहुत ज़्यादा गुड़ पाया होंदा है
ਔਰ ਦੇਸੀ ਘੀ ਹੁੰਦਾ, ਉਹਦੇ ਨਾਲ ਸਿਰਫ ਫੈਟ ਬਣਦਾ ਹੈ, ਬਟ એનર્ਜੀ ਜਿਹੜਾ HB ਬਲੱਡ ਬਣਨ ਦੇ ਕੰਟੈਂਟਸ ਹੈ ਉਹ ਘੱਟ ਹੁੰਦੇ ਹੈ। ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਘੀ, ਮੱਖਣ, ਤਲੀਆਂ ਹੋਈਆਂ ਚੀਜ਼ਾਂ, ਇਹਨਾਂ ਚੀਜ਼ ਔਰ ਜੂਸਿਸ ਜਿਹੜੇ ਕੈਂਡ ਹੁੰਦੇ ਆ ਔਰ ਕੋਲਡ ਡਰਿੰਕਸ, ਇਹਨਾਂ ਨੂੰ ਨਹੀਂ ਸੇਵਨ ਕਰਨਾ ਚਾਹੀਦਾ। ਬਾਹਰ ਦਾ ਖਾਣਾ ਘੱਟ ਤੋਂ ਘੱਟ ਖਾਣਾ ਚਾਹੀਦਾ, ਉਹਨਾਂ 'ਚ ਬਹੁਤ ਆਇਲ ਔਰ ਕਲਰਸ ਹੁੰਦੇ ਹੈਗੇ। ਔਰ ਇੱਕ ਐਕਸਰਸਾइज पार्ट मैं देखा है, लेडीज़ काम च इन्नियां बिजी होंदियां कि डॉक्टर साहब मैं तो जा ही नहीं सकती सुबह वॉक, मैं तो शाम को भी नहीं जा सकती, बच्चे देखने होते हैं, स्कूल भेजने होते हैं, बट ਆਪਾਂ ਨੂੰ 1 ਘੰਟਾ ਜ਼ਰੂਰ ਆਪਣੇ ਲਈ ਸਵੇਰੇ ਔਰ 1 ਘੰਟਾ ਸ਼ਾਮ ਨੂੰ ਵਰਜਿਸ਼ ਦਾ ਜ਼ਰੂਰ ਨਿਕਾਲਣਾ ਚਾਹੀਦਾ, ਜਿਹਦੇ ਨਾਲ ਆਪਾਂ ਦੀ ਬੋਡੀ ਫਿਟ ਰਹਿੰਦੀ ਹੈ, ਬੋਡੀ weight ਨਹੀਂ ਵੱਧਦਾ, ਉਹਦੇ ਨਾਲ ਪੀਰੀਅਡਸ ਦੀ ਪ੍ਰੋਬਲਮ, ਗੋਡਿਆਂ ਦੀ ਤਕਲੀਫਾਂ, ਆਸਟੀਓਆਰਥਰਾਈਟਿਸ ਵਗੈਰਾ ਨਹੀਂ ਹੁੰਦਾ। ਔਰ ਕੈਂਸਰ ਵੀ ਤੁਹਾਡੇ weight ਨਾਲ ਰਿਲੇਟਡ ਹੈ। ਅਗਰ ਆਪਾਂ ਦਾ weight ਜ਼ਿਆਦਾ ਹੈ ਤਾਂ ਸਾਨੂੰ ਸਭ ਤਰ੍ਹਾਂ ਦੇ ਕੈਂਸਰਸ ਤੋਂ ज़्यादा रिस्क है जी। और योगा बहुत इंपॉर्टेंट हो गया आजकल दे टाइम 'ਚ, क्योंकि मैंटल स्ट्रेस बहुत है आजकल। तो योगा, मैडिटेशन, ये 2 चीज़ां जो हैं वो मैं ज़रूर अपने पेशेंट ਨੂੰ अपनी प्रिस्क्रिप्शन ਤੇ ਬਾਅਦ ਦੇ ਨਾਲ ਰਿਕਮੈਂਡ ਕਰਦੀ ਹਾਂ, ਕਿਉਂਕਿ ਜਿੰਨਾ ਆਪਾਂ ਮੈਡੀਸਿਨਸ ਜਦ ਤੱਕ ਖਾਵਾਂਗੇ ਠੀਕ ਰਵਾਂਗੇ, ਬਟ ਇੱਕ ਲਾਈਫ ਸਟਾਈਲ ਆਪਾਂ ਅਗਰ ਬਦਲ ਲਿਆ, ਡਾਈਟ ਠੀਕ ਕਰ ਲਈ, ਐਕਸਰਸਾਈਜ਼ ਕਰ ਲਿਆ, ਯੋਗਾ ਔਰ ਮੈਡੀਟੇਸ਼ਨ ਕਰ ਲਿਆ, ਉਹ ਹਮੇਸ਼ਾ ਲਈ ਸਾਡੇ ਨਾਲ ਰਹੇਗਾ, ਮੈਂਟਲ ਐਂਡ ਫਿਜ਼ੀਕਲ ਹੈਲਥ ਲਈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਗੀਤਾ ਜੀ, ਸਾਡੇ ਨਾਲ ਇੰਨੀ ਖੂਬਸੂਰਤ ਜਾਣਕਾਰੀ ਸਾਂਝੀ ਕਰਨ ਦੇ ਲਈ ਔਰ ਦਰਸ਼ਕਾਂ ਨੂੰ ਇੰਨੀ ਭਰਪੂਰ ਮਾਤਰਾ ਦੇ ਵਿੱਚ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਦੱਸਿਆ ਡਾਕਟਰ ਗੀਤਾ ਜੁਨੇਜਾ ਹੁਣੀ ਕਿ ਕਿਵੇਂ ਤੁਸੀਂ ਆਪਦੀ ਸਿਹਤ ਦਾ ਖਿਆਲ ਰੱਖ ਸਕਦੇ ਹੋ ਔਰ ਕਿਹੜੀਆਂ ਭਿਆਨਕ ਬਿਮਾਰੀਆਂ ਤੁਹਾਨੂੰ ਲੱਗ ਸਕਦੀਆਂ, ਉਹ ਤੋਂ ਤੁਸੀਂ ਕਿਵੇਂ ਬਚਾਅ ਕਰ ਸਕਦੇ ਹੋ ਔਰ ਕਿਹੜੇ-ਕਿਹੜੇ ਸਿੰਪਟਮਸ ਨੇ ਜਿਨ੍ਹਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਦਿਆਂ ਆਪਣੀ ਬਿਮਾਰੀ ਨੂੰ ਪਹਿਲਾਂ ਹੀ ਡਿਟੈਕਟ ਕਰ ਸਕਦੇ ਹੋ ਔਰ ਡਾਕਟਰ ਨੂੰ ਕੰਸਲਟ ਕਰ ਸਕਦੇ ਹੋ। ਸੋ ਇਹ तमाम ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੈਮਰਾਮੈਨ ਰਵਿੰਦਰ ਦੇ ਨਾਲ ਮੈਂ ਅਮਨਦੀਪ, TV ਪੰਜਾਬ।